ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਚਾਰੇ ਕੁੰਡਾਂ ਭਾਲ ਕੇ, ਆਏ ਪਿਆ ਸਰਨਾਏ। ਨਾਨਕ ਸੱਚੇ ਪਾਤਸ਼ਾਹ, ਡੁੱਬਦਾ ਲਿਆ ਕਢਾਏ। ਨਾਨਕ ਸੱਚੇ ਪਾਤਸ਼ਾਹ, ਡੁੱਬਦਾ ਲਿਆ ਕਢਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਨਮਾਨਯੋਗ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਤਿੰਨਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਰੋਜ਼ਾਨਾ ਹੀ ਅਸੀਂ ਗੁਰੂ ਜੀ ਦੀ ਬਾਣੀ ਅਤੇ ਬਾਣੀ ਦੀਆਂ ਵਿਚਾਰਾਂ ਨੂੰ ਸਰਵਣ ਕਰਦੇ ਹਾਂ, ਜੋ ਕਿ ਇੱਕ ਚੰਗੀ ਆਦਤ ਵੀ ਹੈ ਤੇ ਵੱਡੇ ਭਾਗਾਂ ਦੀ ਨਿਸ਼ਾਨੀ ਵੀ ਆ। ਸੋ ਆਓ ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਸਨਿਮਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਟੋਡੀ ਰਾਗ ਦੇ ਵਿੱਚ ਉਹਨਾਂ ਦੀ ਰਚਨਾ ਤੋਂ ਗਾਇਨ ਕੀਤਾ ਹੈ, ਜੋ ਕਿ 713 ਅਤੇ 714 ਅੰਗ ਤੇ ਗੁਰੂ ਮਹਾਰਾਜ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਸਾਹਿਬ ਜੀ ਇਸ ਸ਼ਬਦ ਦੇ ਅੰਦਰ ਫਰਮਾਉਂਦੇ ਨੇ, ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਣ।
ਕਿਉਂਕਿ ਵਿਦਵਾਨ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਸਾਡੇ ਸਰੀਰਕ ਕਰਮਾਂ ਤੋਂ ਬਹੁਤ ਸਾਰੇ ਪਾਪ ਹੋ ਜਾਂਦੇ ਨੇ। ਮੰਨ ਲਓ ਹੱਥਾਂ ਤੋਂ ਕਈਆਂ ਤੋਂ ਗੁਨਾਹ ਹੁੰਦੇ ਨੇ, ਕਈ ਹੱਥਾਂ ਦੇ ਨਾਲ ਕੁਝ ਮਾੜਾ ਕਰਦੇ ਨੇ ਸਾਰਾ ਦਿਨ 'ਚ, ਕਈ ਪੈਰਾਂ ਦੇ ਨਾਲ ਕਰਦੇ ਨੇ। ਗਲਤ ਰਾਹ 'ਤੇ ਤੁਰ ਕੇ ਜਾਣਾ, ਜਿਹੜੇ ਪੈਰ ਗਲਤ ਮਾਰਗ ਵੱਲ ਜਾ ਰਹੇ ਨੇ ਉਹ ਗਲਤ ਹੀ ਹੁੰਦੇ ਨੇ। ਕਈ ਹੱਥਾਂ ਦੇ ਨਾਲ, ਇਹਨਾਂ ਹੱਥਾਂ ਦੇ ਨਾਲ ਕਿਸੇ ਦੀ ਅਸਮਤ ਅਜ਼ਮਤ ਨੂੰ ਲੁੱਟਦੇ ਨੇ, ਕੁਝ ਮਾੜਾ ਕਰਦੇ ਨੇ, ਕਿਸੇ ਨੂੰ ਮਾਰਦੇ ਨੇ, ਕਤਲ ਕਰਦੇ ਨੇ। ਹੱਥਾਂ ਨਾਲ ਵੀ ਮਾੜਾ ਹੋ ਰਿਹਾ ਹੈ। ਅੱਖਾਂ ਦੇ ਨਾਲ ਵੀ ਮਾੜਾ ਹੁੰਦਾ। ਅੱਖਾਂ ਦੇ ਨਾਲ ਵੀ ਲੋਕ ਕਿਸੇ ਵੱਲ ਗਲਤ ਦ੍ਰਿਸ਼ਟੀ ਨਾਲ ਤੱਕਣਾ। ਇਹਨਾਂ ਦੇ ਭਾਵੇਂ ਹੱਥ ਨਹੀਂ ਹੁੰਦੇ ਅੱਖਾਂ ਦੇ, ਇਹ ਖੋਹ ਬੜਾ ਕੁਝ ਲੈਂਦੀਆਂ ਨੇ, ਵੰਡ ਵੀ ਸਕਦੀਆਂ ਨੇ, ਪਰ ਜ਼ਿਆਦਾ ਕਰਕੇ ਲੋਕਾਂ ਦੀਆਂ ਅੱਖਾਂ, ਉਹਨਾਂ ਦੀ ਦੇਖਣੀ, ਉਹਨਾਂ ਦੀ ਝਾਕਣੀ ਇੰਨੀ ਮੈਲੀ ਹੁੰਦੀ ਆ ਕਿ ਤੁਹਾਡੇ ਵੱਲ ਵੇਖਦੇ ਨੇ, ਇਉਂ ਲੱਗਦਾ ਵੀ ਸਾਡਾ ਸਭ ਕੁਝ ਇਹਨਾਂ ਖੋਹ ਲਿਆ। ਇਸ ਕਰਕੇ ਕਹਿਣ ਦਾ ਭਾਵ ਇਹ ਆ ਕਿ ਅੱਖਾਂ ਦੇ ਦੁਆਰਾ, ਹੱਥਾਂ ਦੇ ਦੁਆਰਾ ਬੜਾ ਕੁਝ ਗਲਤ ਹੋ ਰਿਹਾ ਹੈ, ਪਰ ਇਹਨਾਂ ਨਾਲ ਸਹੀ ਵੀ ਹੋ ਸਕਦਾ। ਪਰ ਇਹਨਾਂ ਦੇ ਵਿੱਚੋਂ ਹੀ ਇੱਕ ਜੀਵ ਹੈ, ਰਸਨਾ ਹੈ, ਜਿਹਦਾ ਇਸਤੇਮਾਲ ਸਹੀ ਕਰਨਾ ਆ ਜੇ, ਗੁਰੂ ਅਰਜਨ ਦੇਵ ਜੀ ਕਹਿੰਦੇ, ਤੇ ਸੁੱਖ ਮਿਲਦੇ ਨੇ। ਰਸਨਾ ਗੁਣ ਗੋਪਾਲ ਨਿਦ ਗਾਇਨ। ਗਲਤ ਇਸਤੇਮਾਲ ਕਰੋਗੇ ਤੇ ਹੋਰ ਇਤਨੇ ਪਾਪ ਕਿਸੇ ਵੀ ਅੰਗ ਦੇ ਨਹੀਂ ਹੈਗੇ ਜਿਤਨੇ ਜ਼ੁਬਾਨ ਦੇ ਨੇ। ਰਸਨਾ ਦੇ, ਜੀਵ ਦੇ ਪਾਪ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਫਿਰ ਵੀ ਵਿਦਵਾਨਾਂ ਨੇ ਕੁਝ ਇਵੇਂ ਗਿਣੇ ਨੇ: ਫਿੱਕਾ ਬੋਲਣਾ, ਝੂਠ ਬੋਲਣਾ, ਕੂੜ ਬੋਲਣਾ, ਕਿਸੇ ਦਾ ਮੂੰਹ ਫਿਟਕਾਰਨਾ, ਝੂਠ ਬੋਲਣਾ, ਕੌੜਾ ਬੋਲਣਾ। ਇਹਦੇ ਨਾਲ ਬੜਾ ਕੁਝ ਗਲਤ ਕੀਤਾ ਜਾ ਸਕਦਾ ਹੈ। ਜ਼ੁਬਾਨ ਜਿਹੜੀ ਆ, ਰਸਨਾ ਜਿਹੜੀ ਆ, ਤਾਂ ਕੋਈ ਕੋਈ ਹੁੰਦਾ ਜਿਹਨੂੰ ਇਹਦਾ ਸਹੀ ਇਸਤੇਮਾਲ ਕਰਨਾ ਆਉਂਦਾ। ਬਹੁਤੇ ਲੋਕ ਇਹ ਜ਼ੁਬਾਨ ਦੇ ਨਾਲ ਫਿੱਕਾ ਹੀ ਬੋਲਦੇ ਨੇ। ਨਾਨਕ ਫਿੱਕੈ ਬੋਲਿਐ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸੱਟੀਐ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਆਸਾ ਦੀ ਵਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਫਿੱਕਾ ਬੋਲਣ ਵਾਲਾ ਬੰਦਾ, ਉਹਦਾ ਤਨ ਵੀ ਫਿੱਕਾ, ਉਹਦਾ ਮਨ ਵੀ ਫਿੱਕਾ। ਮੂਰਖ ਬੰਦੇ ਹੀ ਕਿਸੇ ਦੂਸਰੇ ਬੰਦੇ ਨੂੰ ਫਿੱਕਾ ਬਚਨ, ਕੌੜਾ ਬਚਨ ਕਹਿੰਦੇ ਨੇ, ਕਿਸੇ ਦਾ ਮੂੰਹ ਫਿਟਕਾਰਦੇ ਨੇ, ਝੂਠ ਬੋਲਦੇ ਨੇ, ਕੂੜ ਬੋਲਦੇ ਨੇ, ਤੇ ਗੱਲ ਵਧਾ ਕੇ ਕਰਦੇ ਨੇ, ਗੱਲ ਘਟਾ ਕੇ ਕਰਦੇ ਨੇ। ਜ਼ੁਬਾਨ ਦੇ ਨਾਲ ਬੰਦਾ ਜੋ ਸੱਚ ਹੁੰਦਾ ਉਹ ਕਹਿ ਹੀ ਨਹੀਂ ਪਾਉਂਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਜਾਂ ਤਾਂ ਗੱਲ ਵਧਾ ਕੇ ਕਰ ਜਾਂਦਾ ਕਿਸੇ ਦੀ, ਜਾਂ ਗੱਲ ਘਟਾ ਕੇ ਕਰ ਜਾਂਦਾ। ਜ਼ੁਬਾਨ ਦੀ ਇੱਕ ਆਦਤ ਹੈ, ਹਰ ਬੰਦੇ ਨੂੰ ਮਹਾਰਾਜ ਨੇ ਜੀਭ ਬਖਸ਼ੀ ਆ, ਪਰ ਇਹਦੀ ਇੱਕ ਆਦਤ ਬਣ ਚੁੱਕੀ ਆ, ਆਪਣਿਆਂ ਦੀ ਗੱਲ ਵਧਾ ਕੇ ਕਹਿਣੀ, ਬੇਗਾਨਿਆਂ ਦੀ ਗੱਲ ਘਟਾ ਕੇ ਕਹਿਣੀ। ਇਹ ਇਹਦਾ ਸੁਭਾਅ ਹੈ। ਕੋਈ ਕੋਈ ਹੁੰਦਾ ਜਿਹਨੂੰ ਜੀਵ ਦੀ ਸਦਵਰਤੋਂ ਕਰਨੀ ਆਉਂਦੀ ਆ, ਨਹੀਂ 99% ਲੋਕ ਇਸ ਦੀ ਗਲਤ ਵਰਤੋਂ ਕਰਦੇ ਨੇ। ਸਹੀ ਵਰਤੋਂ ਗੁਰੂ ਅਰਜਨ ਦੇਵ ਜੀ ਕਹਿੰਦੇ ਕਿਵੇਂ ਹੋਵੇ ਇਹਦੀ, ਫਿਰ ਕਿਵੇਂ ਇਹ ਫਿੱਕਾ ਬੋਲਣਾ ਛੱਡੇਗੀ, ਕਿਵੇਂ ਜ਼ੁਬਾਨ ਝੂਠ ਬੋਲਣ ਤੋਂ ਹਟੇਗੀ, ਕਿਵੇਂ ਕੌੜਾ ਬੋਲਣਾ ਉਹ ਤੋਂ ਇਹ ਕਦੋਂ ਨਿਜਾਤ ਤੈਨੂੰ ਮਿਲੇਗੀ। ਤਾਂ ਉਹਦਾ ਇੱਕੋ ਹੀ ਇੱਕ ਇਲਾਜ ਕਹਿੰਦੇ ਨੇ, ਰਸਨਾ, ਜੀਵ ਦੇ ਨਾਲ ਗੁਣ
ਗੋਪਾਲ ਨਿਧ ਗਾਇਨ। ਹੇ ਇਨਸਾਨ, ਜੇ ਤੂੰ ਰਸਨਾ ਦੇ ਨਾਲ, ਜੀਵ ਦੇ ਨਾਲ, ਗੋ ਦੇ ਅਰਥ ਹੁੰਦੇ ਆ ਧਰਤੀ, ਪਾਲ ਦੇ ਅਰਥ ਆ ਪਾਲਣ ਵਾਲਾ, ਧਰਤੀ ਨੂੰ ਪਾਲਣ ਵਾਲੇ, ਧਰਤੀ ਨੂੰ ਸਾਜਣ ਵਾਲੇ ਦੇ ਗੁਣ ਗਾਉਣੇ ਸ਼ੁਰੂ ਕਰ ਦੇਵੇਂ ਤਾਂ ਇਹ ਜੀਵ ਦਾ ਸਹੀ ਇਸਤੇਮਾਲ ਆ। ਸਿਮਰ 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 ਗੁਰ ਆਪਣਾ। ਸਤਿਗੁਰੂ ਨੂੰ ਸਿਮਰ 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 ਕੇ ਹੀ ਜੀਵ ਦਾ ਸਹੀ ਇਸਤੇਮਾਲ ਹੁੰਦਾ। ਫਿਰ ਇਹ ਕੌੜਾ ਬੋਲਣਾ ਛੱਡਦੀ ਆ, ਪਹਿਲਾਂ ਘੱਟ ਕਰਦੀ ਆ, ਫਿਰ ਮਿਟ ਜਾਂਦਾ ਹੈ। ਝੂਠ ਬੋਲਣਾ ਛੱਡਦੀ ਆ। ਤਾਂ ਮੇਰੇ ਕਹਿਣ ਦਾ ਭਾਵ ਇਹ ਆ ਗੁਰਸਿੱਖ ਪਿਆਰਿਓ, ਸਤਸੰਗੀ ਜਨੋ, ਕਿ ਜੀਵ ਦੇ ਜਿੰਨੇ ਪਾਪ ਨੇ, ਹੋਰ ਨਹੀਂ ਇੰਨੇ ਪਾਪ ਕਿਸੇ ਕਰਮ ਦੇ ਹੋਣੇ। ਸਰੀਰਕ ਕਰਮ ਨੇ, ਵਾਚਕ ਕਰਮ ਨੇ, ਮਾਨਸਿਕ ਕਰਮ ਨੇ, ਬਹੁਤ ਤਰ੍ਹਾਂ ਦੇ ਕਰਮ ਹੁੰਦੇ ਨੇ। ਇਹਨਾਂ ਲਈ ਬਹੁਤ ਸਮਾਂ ਚਾਹੀਦਾ। ਇੱਕ ਇੱਕ ਦੀ ਵਿਆਖਿਆ ਆਪਾਂ ਕਰਨ ਲੱਗ ਜਾਈਏ ਤਾਂ ਫਿਰ ਵੀ ਆਪਾਂ ਸ਼ਾਰਟ ਦੇ ਵਿੱਚ ਕਹਿੰਦੇ ਹਾਂ ਇਸ ਪ੍ਰਕਾਰ, ਸਰੀਰਕ ਕਰਮ ਜਿਹੜੇ ਸਰੀਰ ਦੇ ਅੰਗ ਕੁਝ ਗਲਤ ਕਰਦੇ ਨੇ, ਸਹੀ ਕਰਦੇ ਨੇ, ਉਹ ਸਰੀਰ ਦਾ ਕਰਮ ਹੈ। ਮੈਂ ਸੋਚ ਰਿਹਾ ਕੁਝ ਚੰਗਾ ਮਾੜਾ, ਉਹ ਕਰਮ ਆ, ਉਹਨੂੰ ਮਾਨਸਿਕ ਕਰਮ ਕਹਿੰਦੇ ਨੇ। ਵਾਚਕ ਕਰਮ ਬੋਲ ਬਾਣੀ ਦੇ ਕਰਮ। ਮੈਂ ਬੋਲ ਰਿਹਾ, ਗਲਤ ਵੀ ਹੋ ਸਕਦਾ, ਸਹੀ ਵੀ ਹੋ ਸਕਦਾ, ਠੀਕ ਵੀ ਹੋ ਸਕਦਾ ਤੇ ਉਹ ਗਲਤ ਵੀ ਹੋ ਸਕਦਾ, ਬੁਰਾ ਵੀ ਹੋ ਸਕਦਾ, ਫਿੱਕਾ ਵੀ ਹੋ ਸਕਦਾ, ਮਿੱਠਾ ਵੀ ਹੋ ਸਕਦਾ ਬਚਨ। ਤਾਂ ਇਹ ਜਿਹੜੀ ਜੀਵ ਹੈ, ਇਹਨੂੰ ਕੰਟਰੋਲ 'ਚ ਕਿਵੇਂ ਕਰਨਾ ਹਰ ਕਿਸੇ ਦੇ ਵੱਸ 'ਚ ਨਹੀਂ। ਬਹੁਤੇ ਬੰਦੇ ਤੁਸੀਂ ਦੇਖੇ ਹੋਣਗੇ, ਜਦੋਂ ਤਾਂ ਕੁਝ ਬੋਲਣਾ ਹੈ ਉਦੋਂ ਚੁੱਪ ਕਰ ਜਾਂਦੇ ਨੇ, ਜਦੋਂ ਚੁੱਪ ਕਰਨਾ ਉਦੋਂ ਉਹ ਬੋਲਣ ਲੱਗ ਜਾਂਦੇ ਨੇ। ਸ਼ੇਖ ਸਾਦੀ ਜੀ ਕਹਿੰਦੇ ਨੇ, ਕਹਿੰਦੇ ਮੈਂ ਦੁਨੀਆ ਵਿੱਚ ਐਸੇ ਬੰਦੇ ਦੇਖੇ ਨੇ ਜਿਹੜੇ ਬਹੁਤ ਅਵਾ ਤਵਾ ਬੋਲਦੇ ਨੇ, ਉਹਨਾਂ ਨਾਲੋਂ ਕਹਿੰਦੇ ਮੈਂ ਕਹਿੰਦਾ ਹਾਂ ਉਹ ਗੂੰਗੇ ਬੰਦੇ ਜਿਹੜੇ ਕੁਝ ਬੋਲ ਨਹੀਂ ਸਕਦੇ, ਉਹ ਬੰਦੇ ਉਹ ਲੱਖ ਗੁਣਾ ਵਧੀਆ ਨੇ। ਕਮ ਸੇ ਕਮ ਚੁੱਪ ਤਾਂ ਹੈਗੇ ਨੇ ਨਾ। ਇਹ ਜਦੋਂ ਬੋਲਦੇ ਨੇ, ਜਦੋਂ ਕਹਿੰਦੇ ਨੇ ਕੁਝ, ਗਲਤ ਹੀ ਬੋਲਦੇ ਨੇ। ਜਿਹੜੀ ਜਗ੍ਹਾ 'ਤੇ ਚੁੱਪ ਕਰਨਾ ਉੱਥੇ ਬੋਲੀ ਜਾਣਾ, ਜਿਹੜੀ ਜਗ੍ਹਾ 'ਤੇ ਕੁਝ ਬੋਲਣਾ ਉੱਥੇ ਚੁੱਪ ਕਰ ਜਾਣਾ। ਇਹ ਜ਼ੁਬਾਨ ਇੱਦਾਂ ਦੀ ਹੈ ਜੋ ਬੰਦੇ ਤੋਂ ਗਲਤ ਕਰਵਾ ਦਿੰਦੀ ਆ। ਦੋਸਤੀ ਕਈ ਸਾਲਾਂ ਦੀ ਹੁੰਦੀ ਆ, ਸਦੀਆਂ ਦੀ ਹੁੰਦੀ ਆ, ਪੂਰਵਜਾਂ ਦੀ, ਪੀੜ੍ਹੀ ਦਰ ਪੀੜ੍ਹੀ ਇਹ ਦੁਸ਼ਮਣੀ 'ਚ ਬਦਲ ਦਿੰਦੀ ਆ। ਜ਼ੁਬਾਨ ਹੈ ਤੇ ਐਸੀ ਗੱਲ ਵੀ ਆ ਕਿ ਇਹ ਦੁਸ਼ਮਣ ਨੂੰ ਮਿੱਤਰ ਬਣਾ ਲੈਂਦੀ ਆ। ਬੜੇ ਹੀ ਇਹਦੇ ਵਿੱਚ ਗੁਣ ਨੇ। ਜੇ ਇਹਨੂੰ ਇਸਤੇਮਾਲ ਕਰਨਾ ਆ ਜੇ, ਜੇ ਇਹਨੂੰ ਇਸਤੇਮਾਲ ਨਾ ਕਰਨਾ ਆਵੇ ਤੇ ਇਹ ਵਿਗਾੜ ਪਾ ਦਿੰਦੀ ਆ। ਤਾਂ ਜ਼ੁਬਾਨ ਨੂੰ ਸਹੀ ਇਸਤੇਮਾਲ ਕਿਵੇਂ ਕਰਨਾ, ਇਹਨੂੰ ਸਿੱਖਿਆ ਗੁਰੂ ਮਹਾਰਾਜ ਤੋਂ ਹੀ ਮਿਲਦੀ ਆ। ਗੁਰੂ ਨਾਨਕ ਸਾਹਿਬ ਜੀ ਨੇ ਜਿੰਨਾ ਆਖਿਆ ਹੈ ਜ਼ੁਬਾਨ ਬਾਰੇ, ਹੋਰ ਕਿਸੇ ਨੇ ਵੀ ਇਤਨਾ ਨਹੀਂ ਆਖਿਆ ਹੋਣਾ। ਕਹਿੰਦੇ ਨੇ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਫਿੱਕੇ ਬੰਦੇ ਦਾ ਤਨ ਵੀ ਫਿੱਕਾ, ਫਿੱਕੇ ਬੰਦੇ ਦਾ ਮਨ ਵੀ ਫਿੱਕਾ। ਫਿੱਕਾ ਦਰਗਾਹ ਸੱਟੀਏ ਮੁੱਠੁੱਕਾਂ ਫਿੱਕੇ ਪਾਏ। ਐਸੇ ਬੰਦੇ ਨੂੰ ਦਰਗਾਹ ਦੇ ਵਿੱਚ ਵੀ ਧੱਕੇ ਹੀ ਮਿਲਦੇ ਰੱਬ ਤੋਂ ਕਿ ਜ਼ੁਬਾਨ ਦਾ ਤੈਨੂੰ ਸਹੀ ਇਸਤੇਮਾਲ ਨਹੀਂ ਕਰਨਾ ਆਇਆ। ਉਸ ਤੋਂ ਬਾਅਦ ਕਹਿੰਦੇ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਫਿੱਕੇ ਬੰਦੇ ਕੋਲ ਬੈਠ ਕੇ ਕੋਈ ਰਾਜੀ ਨਹੀਂ ਹੁੰਦਾ, ਸਾਰੇ ਉਹ ਤੋਂ ਦੂਰ ਭੱਜਦੇ ਨੇ ਕਿ ਕੌੜਾ ਹੀ ਬੋਲਣਾ, ਉਹਦੀ ਉਹੀ ਸਜ਼ਾ ਹੁੰਦੀ ਆ। ਫਿੱਕੇ ਬੰਦੇ ਦੀ ਸਜ਼ਾ ਹੀ ਇਹ ਆ, ਉਹਦੇ ਕੋਲ ਬੈਠਣਾ ਨਹੀਂ ਚਾਹੁੰਦਾ ਕੋਈ। ਰੱਬ ਨੇ ਜਿੰਨੇ ਜੀਅ ਬਣਾਏ ਨੇ, ਮਨੁੱਖ ਉਹਦੇ ਵਿੱਚੋਂ ਸਰਦਾਰ ਆ। ਮਨੁੱਖ ਜੂਨੀ ਸਰਦਾਰਾਂ ਦੀ ਆ। ਕੋਈ ਮਨੁੱਖ ਉਹਦੇ ਕੋਲ ਬੈਠਣਾ ਨਹੀਂ ਚਾਹੁੰਦਾ। ਜੇ ਤੁਸੀਂ ਕੌੜਾ ਬੋਲਦੇ ਹੋ, ਤੁਹਾਡੇ ਕੋਲ ਕੋਈ ਨਹੀਂ ਬੈਠੇਗਾ, ਇਹੀ ਤੁਹਾਡੀ ਸਜ਼ਾ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿੱਕਾ ਮੂਰਖ ਆਖੀਐ ਪਾਣਾ ਲਹਿ
ਸਜਾਏ। ਬਸ ਉਹਦੀ ਆਹੀ ਸਜ਼ਾ। ਤੁਹਾਡੇ ਕੋਲ ਬੈਠਣ ਲਈ ਕੋਈ ਤਿਆਰ ਨਹੀਂ, ਤੁਹਾਨੂੰ ਸੁਣਨ ਨੂੰ ਕੋਈ ਰਾਜੀ ਨਹੀਂ। ਧੱਕੇ ਨਾਲ ਭਾਵੇਂ ਤੁਸੀਂ ਕੁਝ ਕਹਿ ਰਹੇ ਹੋ, ਪਰ ਉਹਦਾ ਦਿਲ ਨਹੀਂ ਕਰਦਾ। ਅਸਲ ਜ਼ੁਬਾਨ ਉਹ ਹੈ ਜਿਹਨੂੰ ਸੁਣਨ ਨੂੰ ਦਿਲ ਵੀ ਕਰੇ, ਮਨ ਵੀ ਕਰੇ, ਚਿੱਤ ਵੀ ਕਰੇ, ਸੁਰਤ ਵੀ ਕਰੇ। ਉਹ ਰਸੀਲੀ ਰਸਨਾ ਮਹਾਰਾਜ ਕਹਿੰਦੇ ਉਹ ਗੁਰਮੁਖਾਂ ਦੇ ਕੋਲ ਹੁੰਦੀ ਆ। ਆਹੀ ਹੁਕਮਨਾਮੇ ਵਿੱਚ ਸਾਰਾ ਕਿਹਾ ਹੈ, ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਜਦੋਂ ਅਸੀਂ ਪਰਮਾਤਮਾ ਦੀ ਸਿਫਤ ਕਰਦੇ ਹਾਂ ਆਹ ਜ਼ੁਬਾਨ ਦੇ ਨਾਲ, ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਆ, ਕਹਿੰਦੇ ਨੇ ਕਿ ਹੇ ਵਾਹਿਗੁਰੂ, ਤੇਰਾ ਨਾਮ ਜਿਹੜਾ ਹੈ ਜਪਦਿਆਂ ਜੀਵ 'ਤੇ ਕਿੰਨਾ ਰਸ ਆਉਂਦਾ ਹੈ। ਜਦੋਂ ਤੇਰੇ ਨਾਮ ਨੂੰ ਜਪਦੇ ਹਾਂ ਤਾਂ ਅੰਮ੍ਰਿਤ ਵਰਗੀ ਇੱਕ ਮਿੱਠੀ ਬੂੰਦ ਰਸਨਾ 'ਤੇ ਡਿੱਗਦੀ ਆ। ਕਿੰਨਾ ਆਨੰਦ ਦਿੰਦਾ ਇਹ ਮਨ ਨੂੰ ਵੀ। ਰਸਨਾ ਨਾ ਜਪੀ ਹੋਈ ਚੀਜ਼ ਤੁਹਾਡੇ ਮਨ ਨੂੰ ਆਨੰਦ ਦਿੰਦੀ ਆ, ਪਰ ਜੇ ਉਹ ਸਿਫਤ ਸਲਾਹ ਹੋਵੇ ਵਾਹਿਗੁਰੂ ਦੀ, ਤਾਂ ਇੱਦਾਂ ਹੀ ਗੁਰੂ ਅਰਜਨ ਦੇਵ ਜੀ ਨੇ ਵੀ ਆਖਿਆ ਕਿ ਉਹ ਖਜ਼ਾਨੇ ਮਿਲਦੇ ਨੇ ਸਿਫਤ ਸਲਾਹ ਕਰਨ ਦੇ ਨਾਲ। ਰਸਨਾ ਦੇ ਬੰਦੇ ਦੇ ਦੁੱਖ ਦੂਰ ਹੁੰਦੇ ਆ, ਕਿਉਂਕਿ ਮਨੁੱਖ ਉਹਦੇ ਨੇੜੇ ਆਉਂਦਾ ਹੈ। ਦੁਨੀਆ 'ਚ ਜਿੰਨੇ ਲੋਕ ਨੇ ਸੰਪਰਕ ਵਿੱਚ ਉਹਦੇ ਆਉਂਦੇ ਨੇ, ਸਾਰੇ ਉਹਦੇ ਨੇੜੇ ਆ ਜਾਂਦੇ ਨੇ। ਕੌੜਾ ਬੋਲਣ ਵਾਲੇ ਦੇ ਦੂਰ ਚਲੇ ਜਾਂਦੇ ਨੇ। ਲੋਕਾਂ ਤੋਂ ਦੂਰ ਹੋਣਾ ਰੱਬ ਤੋਂ ਦੂਰ ਹੋਣਾ ਹੈ। ਦੁਨੀਆ ਤੋਂ ਖਹਿੜਾ ਛਡਵਾਉਣਾ ਰੱਬ ਤੋਂ ਖਹਿੜਾ ਛਡਵਾਉਣ ਦੇ ਵਾਂਗ ਹੀ ਹੋਵੇਗਾ ਕਿ ਇਹਨਾਂ ਨੂੰ ਤਿਆਗ ਦਿਓ, ਮੈਂ ਦੁਨੀਆ ਛੱਡਣ ਲੱਗਾ। ਇਵੇਂ ਕਦੇ ਵੀ ਨਹੀਂ ਹੋਵੇਗਾ। ਦੁਨੀਆ ਤੋਂ ਦੂਰੀ ਪਰਮਾਤਮਾ ਤੋਂ ਦੂਰੀ ਆ, ਕਿਉਂਕਿ ਦੁਨੀਆ ਵਿੱਚ ਉਹ ਵਸਦਾ ਹੈ। ਤਾਂ ਇਸ ਕਰਕੇ ਅਸੀਂ ਆਪਣੀ ਮਿੱਠੀ ਜ਼ੁਬਾਨ ਦੇ ਦੁਆਰਾ ਇਨਸਾਨ ਜਿਹੜਾ ਹੈ, ਭਾਵੇਂ ਉਹ ਨਫ਼ਰਤ ਨਾਲ ਭਰੇ ਪਏ ਨੇ, ਪਰ ਆਪਾਂ ਉਹਨਾਂ ਨੂੰ ਮਿੱਠਾ ਹੀ ਬੋਲਣਾ ਹੈ। ਗੁਰੂ ਨਾਨਕ ਸਾਹਿਬ ਜੀ, ਜੇ ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹੋ, ਕਿਉਂਕਿ ਬੰਦੇ ਨੂੰ ਸਭ ਤੋਂ ਵੱਧ ਫਿਕਰ ਇਹੀ ਆ ਮੇਰੀ ਸਿਹਤ ਨਾ ਖਰਾਬ ਹੋ ਜੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇੱਕ ਦੁੱਖ ਰੋਗ ਲੱਗੈ ਤਨ ਧਾਏ। ਦੁਨੀਆ ਵਿੱਚ ਦੁੱਖਾਂ 'ਚੋਂ ਇੱਕ ਵੱਡਾ ਦੁੱਖ ਪਤਾ ਕੀ ਆ? ਮੇਰਾ ਸਰੀਰ ਰੋਗੀ ਹੋ ਗਿਆ। ਜਦੋਂ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਰੋਗੀ ਨਾ ਹੋਵੋ, ਤਾਂ ਆਪਦੀ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲਣਾ ਸਿੱਖੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹਦੇ ਨਾਲ ਤੁਹਾਨੂੰ ਦੁੱਖ ਨਹੀਂ ਲੱਗੇਗਾ। ਕਿਸੇ ਨੂੰ ਮੰਨ ਲਓ ਤੁਸੀਂ ਕੌੜਾ ਬਚਨ ਕਹਿ ਰਹੇ ਹੋ, ਇਵੇਂ ਵੱਧ ਸਮਝ ਜਾਵੋਗੇ ਹੋਰ। ਉਹ ਇਸੇ ਤਰ੍ਹਾਂ ਮਹਾਤਮਾ ਬੁੱਧ ਜੀ ਕਹਿੰਦੇ ਪਹਿਲਾਂ ਤੁਸੀਂ ਬਲਦੇ ਹੋਏ ਕੋਲੇ ਆਪਦੀ ਤਲੀ 'ਤੇ ਰੱਖੇ ਨੇ, ਪਹਿਲਾਂ ਆਪਦੇ ਆਪ ਨੂੰ ਸਾੜਿਆ, ਫੇਰ ਦੂਜੇ 'ਤੇ ਸੁੱਟ ਤੇ। ਗੁੱਸਾ ਪਹਿਲਾਂ ਆਪ ਅੰਦਰ ਕੀਤਾ, ਆਪਦਾ ਅੰਦਰ ਸਾੜਿਆ, ਫੇਰ ਦੂਜੇ ਨੂੰ ਬੋਲ ਕਹੇ ਨੇ ਉਹ। ਇਸ ਕਰਕੇ ਸਿਆਣਾ ਮਨੁੱਖ ਕਦੇ ਵੀ ਆਪਣੇ ਆਪ ਨੂੰ ਸਾੜਦਾ ਨਹੀਂ, ਆਪਣੇ ਆਪ ਦੀ ਰਸਨਾ ਨੂੰ ਕੰਟਰੋਲ ਵਿੱਚ ਰੱਖਦਾ ਹੈ। ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁਖ ਪਲਾਇਨ। ਪਰ ਰਸਨਾ ਕੰਟਰੋਲ 'ਚ ਰਹਿੰਦੀ ਕਿਵੇਂ ਆ? ਕੌਣ ਕੰਟਰੋਲ ਕਰਦਾ ਉਹਨੂੰ? ਉਹਨੂੰ ਵਾਹਿਗੁਰੂ ਦਾ ਨਾਮ ਜੋ ਜਪਿਆ ਹੁੰਦਾ ਆਪਾਂ, ਜਾਂ ਜਿਹੜੀ ਸੰਗਤ ਕੀਤੀ ਹੁੰਦੀ ਆ। ਜਦੋਂ ਕੋਈ ਸਾਡੇ ਨਾਲ ਲੜ ਪੈਂਦਾ, ਝਗੜ ਪੈਂਦਾ, ਅਸੀਂ ਕਹਿੰਦੇ ਹਾਂ ਨਹੀਂ ਅਸੀਂ ਇਹਨੂੰ ਕੌੜਾ ਨਹੀਂ ਕਹਿਣਾ, ਮੇਰੇ ਬਾਬੇ ਨਾਨਕ ਨੇ ਇੱਦਾਂ ਕਿਹਾ, ਇਹ ਮੈਨੂੰ ਚਾਹੇ ਕਹਿ ਦੇਵੇ, ਪਰ ਆਪਾਂ ਨਹੀਂ ਇਹਨੂੰ ਕਹਿਣਾ। ਤਾਂ ਉਦੋਂ ਤੁਸੀਂ ਜਿੱਤ ਰਹੇ ਹੁੰਦੇ ਹੋ ਉਹ ਬੰਦੇ ਤੋਂ ਜਿਹੜਾ ਤੁਹਾਡੇ ਸਾਹਮਣੇ ਬਕਵਾਸ ਕਰਦਾ ਹੈ, ਉੱਚੀ ਬੋਲ ਰਿਹਾ ਹੁੰਦਾ ਹੈ। ਬੋਲਦਾ ਉਹ ਹੁੰਦਾ ਹੈ, ਪਰ ਜਿੱਤ ਤੁਹਾਡੀ ਹੋ ਰਹੀ ਹੁੰਦੀ ਹੈ। ਇਸ ਕਰਕੇ ਕਹਿਣ ਵਾਲਾ ਜੋ ਮਰਜ਼ੀ ਕਹੀ ਚੱਲੇ, ਜੇ ਸਹਿਣ ਵਾਲਾ ਸਹਿ ਜਾਵੇ, ਕਹਿਣ ਵਾਲੇ ਦੀ ਔਕਾਤ ਕੁਝ ਨਹੀਂ ਰਹਿੰਦੀ ਉਹਦੇ ਸਾਹਮਣੇ। ਕਹਿਣ ਵਾਲਾ ਕੁਝ ਵੀ ਕਹੀ ਚੱਲੇ, ਪਰ ਸਹਿਣ ਵਾਲਾ ਜੇ ਉਹਨੂੰ ਸਹਿ ਜੇ, ਅੱਗੋਂ ਜਵਾਬ ਨਾ ਦੇਵੇ, ਤੇ ਕਹਿਣ ਵਾਲੇ ਦੀ ਔਕਾਤ 2 ਟਕੇ ਦੀ ਨਹੀਂ ਰਹਿੰਦੀ ਉਹਦੇ ਅੱਗੇ। ਤਾਂ ਜਿਹਨੂੰ ਸਹਿਣਾ ਆਉਂਦਾ ਹੈ ਉਹਨੂੰ ਹੀ ਰਹਿਣਾ ਆਉਂਦਾ ਹੈ।
ਇੱਕ ਚੁੱਪ 100 ਸੁੱਖ ਕਹਾਵਤ ਐਵੇਂ ਨਹੀਂ ਬਣੀ। ਇਹ ਤੱਤਸਾਰ ਵਿੱਚੋਂ ਕੱਢ ਕੇ ਨਿਚੋੜ ਅਰਕ ਕੱਢ ਕੇ ਬਣੀ ਆ, ਬਜ਼ੁਰਗਾਂ ਨੇ ਬਣਾਈ। ਕਿ ਬਹੁਤ ਬੋਲਦੇ ਨੇ, ਅਵਾ ਤਵਾ ਬੋਲਦੇ ਨੇ, ਬੇਅਰਥ ਬੋਲਦੇ ਨੇ, ਇਹ ਪਾਪ ਹੀ ਆ ਜਵਾਨ ਦਾ। ਕਈ ਬਿਨਾਂ ਵਜ੍ਹਾ ਤੁਸੀਂ ਵੇਖਿਓ ਬੋਲੀ ਜਾਂਦੇ ਨੇ, ਬੋਲੀ ਜਾਂਦੇ ਨੇ, ਇਹ ਪਾਪ ਹੈ। ਕਈ ਝੂਠ ਬੋਲਦੇ ਆ, ਇਹ ਵੀ ਪਾਪ ਹੈ। ਕਈ ਬੇਅਰਥ ਬੋਲਦੇ ਆ, ਉਹਦਾ ਕੋਈ ਅਰਥ ਨਹੀਂ, ਬੋਲਦੇ ਹੈਗੇ ਆ ਭਾਵੇਂ ਘੱਟ, ਬੋਲਣਗੇ ਉਹ ਚੀਜ਼ਾਂ ਜਿਨ੍ਹਾਂ ਦਾ ਕੋਈ ਅਰਥ ਹੀ ਨਹੀਂ। ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਤਾਂ ਆਪਾਂ ਕੀ ਕਰਨਾ ਹੈ ਗੁਰਸਿੱਖ ਪਿਆਰਿਓ, ਆਪਾਂ ਆਪਣੀ ਰਸਨਾ ਦਾ ਸਹੀ ਇਸਤੇਮਾਲ ਕਰਨਾ, ਲੋਕਾਂ ਲਈ ਨਹੀਂ, ਆਪਣੇ ਆਪ ਲਈ, ਆਪਣੇ ਸਰੀਰ ਲਈ, ਆਪਣੇ ਮਨ ਲਈ, ਕਿ ਠੀਕ ਰਵੇ। ਕਿਸੇ ਨੂੰ ਗਲਤ ਬੋਲ ਕੇ ਮਨ ਹੋਰ ਦੁੱਗਣੀ ਸਪੀਡ 'ਚ ਭੱਜਦਾ ਹੈ। ਕਿਸੇ ਨੂੰ ਉੱਚਾ ਬੋਲ ਕੇ ਮਨ ਬਹੁਤ ਖਿੰਡ ਜਾਂਦਾ। ਤਾਂ ਆਪਾਂ ਕਿਸੇ ਨੂੰ ਤਾਂ ਨਹੀਂ ਉੱਚਾ ਬੋਲਣਾ, ਆਪਾਂ ਆਪਦੇ ਮਨ ਨੂੰ ਸਹੀ ਰੱਖਣਾ। ਤਾਂ ਇਸ ਕਰਕੇ ਤੁਸੀਂ ਆਪਦੀ ਸਿਹਤ ਦਾ ਫਿਕਰ ਕਰੋ, ਕਿਸੇ ਨੂੰ ਕਦੇ ਵੀ ਗਲਤ ਨਾ ਬੋਲੋ। ਇਹਦੇ ਨਾਲ ਤੁਹਾਡਾ ਸਰੀਰ ਠੀਕ ਰਹੇਗਾ। ਜਦੋਂ ਅਸੀਂ ਗੁੱਸਾ ਕਰਦੇ ਹਾਂ, ਜਿਹੜਾ ਬਲੱਡ ਹੈ ਸਾਡਾ, ਖੂਨ ਆ, ਉਹਦਾ ਵਹਾਅ ਤਿੱਗਣੀ ਚੌਗਣੀ ਸਪੀਡ 'ਚ ਹੋਣ ਲੱਗ ਜਾਂਦਾ, ਜਿਹਦੇ ਕਰਕੇ ਬਿਮਾਰੀਆਂ ਲੱਗਦੀਆਂ ਨੇ। ਕਾਮ ਕ੍ਰੋਧ, ਕ੍ਰੋਧ ਕਾਇਆ, ਕਾਇਆ ਕਹਿੰਦੇ ਨੇ ਸਰੀਰ, ਕ੍ਰੋਧ ਕਾਇਆ ਕੋ ਗੱਲ ਹੈ। ਜਿਹੜੇ ਬੰਦੇ ਵੱਧ ਕ੍ਰੋਧ ਕਰਦੇ ਨੇ ਉਹ ਛੇਤੀ ਬਿਮਾਰ ਹੁੰਦੇ ਨੇ। ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਜੇ ਤੁਸੀਂ ਆਪਣੀ ਸਿਹਤ ਨੂੰ ਸਹੀ ਰੱਖਣਾ ਹੈ ਪਿਆਰਿਓ, ਤਾਂ ਗੁੱਸੇ ਤੋਂ ਬਚੋ। ਇਸ ਕਰਕੇ ਰਸਨਾ ਦਾ ਸਹੀ ਇਸਤੇਮਾਲ ਕਰੋ। ਕਲੇਸ਼ ਉਦੋਂ ਹੀ ਪੈਂਦਾ ਜਦੋਂ ਜ਼ੁਬਾਨ ਸਾਡੀ ਗਲਤ ਹੁੰਦੀ ਹੈ, ਫਿਰ ਉਹ ਸਾਨੂੰ ਗਲਤ ਬੋਲਦਾ, ਅਸੀਂ ਗਲਤ ਹੋ ਜਾਂਦੇ ਹਾਂ, ਕਿਉਂਕਿ ਅਸੀਂ ਸੰਤ ਨਹੀਂ ਨਾ ਹੈਗੇ। ਸੰਤ ਆਪਦਾ ਸੁਭਾਅ ਨਹੀਂ ਛੱਡਦਾ। ਕੋਟਿਕ ਮਿਲੇ ਅਸੰਤ ਭਾਵੇਂ, ਕਰੋੜਾਂ ਹੀ ਗਲਤ ਬੰਦੇ ਉਹਨੂੰ ਮਿਲ ਜਾਣ, ਅਸੀਂ ਤਾਂ ਜਦੇ ਹੀ ਛੱਡ ਦੇਣਾ। ਤਾਂ ਤੁਸੀਂ ਆਪਦੀ ਰਸਨਾ ਨੂੰ ਸਹੀ ਰੱਖੋ। ਕਲੇਸ਼ ਤੋਂ ਬਚਣ ਦਾ, ਝਗੜਿਆਂ ਤੋਂ ਬਚਣ ਦਾ ਇੱਕੋ ਇੱਕ ਉਪਾਅ ਹੈ, ਇਹ ਰਸਨਾ ਦੇ ਨਾਲ ਸਿਮਰ ਸਿਮਰ ਸਿਮਰ, ਗੁਣ ਗਾਵਤ ਤੇਰੀ ਉਤਰ ਸਮੈਲ। ਇਹੀ ਇੱਕ ਬਚਾਅ ਦਾ ਕਾਰਨ। ਅੱਗੇ ਗੁਰੂ ਮਹਾਰਾਜ ਕਹਿੰਦੇ ਨੇ ਠਹਿਰਾਓ ਦੇ ਕੇ, ਰਹਾਓ ਤੋਂ ਬਾਅਦ ਕਹਿੰਦੇ ਨੇ ਜੋ ਮੰਗੇ ਸੋਈ ਸੋਈ ਪਾਵੇ, ਸੇਵ ਹਰਿ ਕੇ ਚਰਨ ਰਸਾਇਨ। ਜੋ ਤੁਸੀਂ ਮੰਗੋਗੇ ਰਸਨਾ ਦੇ ਦੁਆਰਾ ਵਾਹਿਗੁਰੂ ਤੋਂ, ਦੇਂਦਾ ਦੇ ਲੈਂਦੇ ਥਕ ਪਾਏ, ਜੁਗਾ ਜੁਗੰਤਰ ਖਾਹੀ ਖਾਹੇ। ਜੋ ਮੰਗੋਗੇ ਸੋ ਪਾ ਲਵੋਗੇ, ਪਰ ਉਹਦੇ ਲਈ ਤੁਹਾਨੂੰ ਹਰੀ ਦੇ ਚਰਨਾਂ ਦੀ ਸੇਵਾ ਕਰਨੀ ਪਵੇਗੀ। ਦੇਖੋ, ਪਹਿਲਾਂ ਵੀ ਆਪਾਂ ਬਹੁਤ ਵਾਰ ਇਹ ਦੀਵਾਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਕਿਸੇ ਨੂੰ ਯਾਦ ਕਰਨਾ ਉਹਦੀ ਸੇਵਾ ਹੁੰਦੀ ਹੈ। ਮੰਨ ਲਓ ਮੈਂ ਕਿਸੇ ਨੂੰ ਬੈਠਾ ਇੱਥੇ ਯਾਦ ਕਰ ਰਿਹਾ, ਕੋਈ ਮੇਰਾ ਮਿੱਤਰ ਹੈ, ਦੋਸਤ ਆ, ਮੇਰੀ ਸੁਰਤ ਉਹਦੀ ਸੇਵਾ 'ਚ ਆ, ਜਿਹਦੀ ਮੈਂ ਸੇਵਾ ਕਰਾਂਗਾ ਉਹਦੇ ਜੈਸਾ ਮੇਰਾ ਸੁਭਾਅ ਹੋ ਜਾਏਗਾ। ਲੋਕਾਂ ਦੇ ਸੁਭਾਅ ਇੱਦਾਂ ਦੇ ਪਤਾ ਕਿਉਂ ਨੇ? ਉਹਨਾਂ ਦੀ ਜਿਹੜੀ ਸੁਰਤ ਆ ਉਹ ਸੇਵਾ ਕਰ ਰਹੀ ਆ ਕੋਠੀਆਂ ਦੀ, ਕਾਰਾਂ ਦੀ, ਉਹਨਾਂ ਦੀਆਂ ਯਾਦਾਂ 'ਚੋਂ ਆ, ਪੈਸੇ ਦੀ। ਜਿਹਦੀ ਸੇਵਾ ਤੁਸੀਂ ਕਰੋਗੇ ਉਹ ਜੇ ਤੁਸੀਂ ਹੋ ਜਾਓਗੇ। ਮੈਂ ਹੱਥਾਂ ਦੀ ਗੱਲ ਨਹੀਂ ਕਰ ਰਿਹਾ, ਇਹ ਸੇਵਾ ਬਹੁਤ ਚੰਗੀ ਆ। ਜਿਹੜੇ ਵੀਰ ਹੱਥਾਂ ਨਾਲ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ। ਮੈਂ ਗੱਲ ਇੱਕ ਅਗਾਂਹ ਵਾਲੀ ਪੌੜੀ ਆ ਉਦੋਂ ਸੁਰਤ ਦੀ। ਇੱਥੇ ਬੈਠੇ ਤੁਸੀਂ ਜਿਹਨੂੰ ਯਾਦ ਕਰਦੇ ਹੋ, ਘਰੇ ਬੈਠੇ ਸਾਰਾ ਸਾਰਾ ਦਿਨ, ਤੁਹਾਡੀਆਂ ਸੋਚਾਂ 'ਚ ਜੋ ਆ ਤੁਸੀਂ ਉਹਦੀ ਸੇਵਾ ਕਰ ਰਹੇ ਹੋ। ਇੱਕ ਦਿਨ ਤੁਸੀਂ ਉਹਨੂੰ ਸੋਚ ਸੋਚ ਕੇ ਸੇਵਾ ਉਹਦੀ ਕਰ ਕਰਕੇ ਉਹਦੇ ਜੈਸੇ ਹੋ ਜਾਂਦੇ ਹੋ। ਤੁਹਾਡਾ ਸੁਭਾਅ ਉਹਦੇ ਵਰਗਾ ਹੀ ਆ ਜਿਹੜਾ ਸਾਰਾ ਦਿਨ ਤੁਹਾਡੇ ਅੰਦਰ ਘੁੰਮਦਾ ਹੈ। ਖਿਆਲ ਹੀ ਤਾਂ ਕਰਮ ਬਣਦਾ ਨਾ, ਮਾੜਾ ਖਿਆਲ ਮਾੜੀ ਬੋਲਬਾਣੀ ਬਣ ਜਾਏਗਾ। ਤਾਂ ਮਹਾਰਾਜ ਕਹਿੰਦੇ ਨੇ ਆਪਦੀ ਸੁਰਤ ਨੂੰ ਵਾਹਿਗੁਰੂ ਦੇ ਚਰਨਾਂ ਵਿੱਚ ਜੋੜ ਪਿਆਰਿਆ, ਇਵੇਂ ਤੇਰੀ ਜ਼ਿੰਦਗੀ ਬਦਲੇਗੀ। ਤੂੰ ਰੱਬ ਤੋਂ ਰੱਬ ਨੂੰ ਹੀ ਮੰਗ,
जो मांगै सोई सोई पावे, सभे इच्छा पूरियां, ਜਾਂ ਪਾਇਆ ਆਗਮ ਅਪਾਰਾ। ਸੇਵ ਹਰ ਕੇ ਚਰਨ ਰਸਾਇਣ। ਰਸਾਇਣ ਦੇ ਅਰਥ ਇੱਥੇ ਲੈ ਰਸਾਂ ਦਾ ਖਜ਼ਾਨਾ। ਵਾਹਿਗੁਰੂ ਦਾ ਨਾਮ ਰਸਾਂ ਦਾ ਖਜ਼ਾਨਾ ਹੀ ਆ। ਅਤੇ ਜਦੋਂ ਤੁਹਾਨੂੰ ਨਾਮ ਜਪਦੇ ਆ ਰਸ ਆ ਜੇ, ਸਮਝ ਲੈਣਾ ਇਹ ਗੁਰੂ ਦੇ ਦਰਸ਼ਨ ਨੇ, ਇਹ ਪਰਮਾਤਮਾ ਦੇ ਦੀਦਾਰ ਨੇ। ਜਪਜੀ ਸਾਹਿਬ ਪੜ੍ਹਦੇ ਹਾਂ ਰਸ ਆ ਰਿਹਾ, ਮਤਲਬ ਇਹ ਗੁਰੂ ਨਾਨਕ ਦੇ ਦਰਸ਼ਨ। ਰਸ ਨਹੀਂ ਆਇਆ ਸੁਰਤ ਕਿਤੇ, ਜ਼ੁਬਾਨ ਕਿਤੇ, ਇਹ ਗੁਰੂ ਨਾਨਕ ਦੇ ਦਰਸ਼ਨ ਨਹੀਂ ਹਨ। ਰਸ ਰੂਪੀ ਦਰਸ਼ਨ ਵੀ ਗੁਰੂ ਦੇ ਹੁੰਦੇ ਨੇ, ਭਗਤਾਂ ਨੂੰ ਪ੍ਰਤੱਖ ਵੀ ਹੋਏ ਨੇ, ਰਸ ਰੂਪੀ ਹੁੰਦੇ ਨੇ ਜਿਨ੍ਹਾਂ ਨੂੰ, ਉਹ ਵੀ ਛੋਟੇ ਭਾਗ ਨਹੀਂ ਹੁੰਦੇ, ਵੱਡੇ ਭਾਗ ਹੀ ਹੁੰਦੇ ਆ। ਜਨਮ ਮਰਨ ਦੋਹੂ ਤੇ ਛੂਟੇ, ਭਵਜਲ ਜਗਤ ਤਰਾਇਨ। ਜਨਮਾਂ ਮਰਨਾਂ ਤੋਂ, ਦੋਨਾਂ ਤੋਂ ਹੀ ਛੁੱਟ ਜਾਂਦਾ ਉਹ ਬੰਦਾ ਜਿਹੜਾ ਰਸਨਾ ਦੇ ਨਾਲ ਵਾਹਿਗੁਰੂ 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 ਸਿਮਰਦਾ ਹੈ। ਭਾਈ ਵੀਰ ਸਿੰਘ ਜੀ ਕਹਿੰਦੇ ਹੁੰਦੇ ਨੇ, ਆਪਣੀ ਇੱਕ ਪੁਸਤਕ ਹੈ ਸੰਤ ਬਿਮਲਾ ਸਿੰਘ ਜੀ, ਅਤੇ ਕਹਿੰਦੇ ਹੈ ਵੈਸੇ ਹਾਸੇ ਵਾਲੀ ਗੱਲ ਹੀ ਇਹ ਕਿ ਰੋਟੀ ਆਪਾਂ ਜਦੋਂ ਮੂੰਹ 'ਚ ਪਾਉਂਦੇ ਹਾਂ ਬੁਰਕੀ, ਚਬਾਉਂਦੇ ਹਾਂ ਆਪੇ ਹੀ ਗਾਂ ਲੰਘ ਜਾਂਦੀ ਆ ਨਾ। ਡੰਡਾ ਲੈ ਕੇ ਤਾਂ ਨਹੀਂ ਅੰਦਰ ਉਹਨੂੰ ਮਤਲਬ ਕਹਿੰਦੇ ਗਲੇ ਤੋਂ ਥੱਲੇ ਤਾਰ ਦੇ, ਆਪੇ ਹੀ ਚਲੀ ਜਾਂਦੀ ਹੈ, ਆਪੇ ਹੀ ਉਹ ਖੂਨ ਬਣ ਜਾਂਦੀ ਹੈ, ਆਪੇ ਹੀ ਮਿੱਝ ਬਣ ਜਾਂਦੀ ਹੈ, ਆਪੇ ਹੀ ਮਾਸ ਬਣ ਜਾਂਦੀ ਹੈ। ਕਿਸੇ ਨੂੰ ਕਿਹਾ ਕਹਿੰਦੇ ਐਵੇਂ ਵਾਹਿਗੁਰੂ ਆ, ਮੈਂ ਵਾਹਿਗੁਰੂ ਕਹਿ ਰਿਹਾ, ਪਹਿਲਾਂ ਤਾਂ ਉੱਪਰੋਂ ਹੀ ਕਹੂੰਗਾ ਮੈਂ ਹਜੇ। ਜਿਵੇਂ ਥਾਲੀ ਪਹਿਲਾਂ ਮੂਹਰੇ ਪਈ ਹੁੰਦੀ ਆ ਰੋਟੀ ਦੀ, ਫਿਰ ਆਪਾਂ ਉਹਨੂੰ ਚੁੱਕਦੇ ਹਾਂ, ਤੋੜਦੇ ਹਾਂ, ਅੰਦਰ ਲਗਾਉਂਦੇ ਹਾਂ, ਹੌਲੀ ਹੌਲੀ ਜਾਂਦੀ ਆ ਅੰਦਰ। ਇੱਦਾਂ ਹੀ ਵਾਹਿਗੁਰੂ ਪਹਿਲਾਂ ਤਾਂ ਉੱਪਰੋਂ ਹੀ ਕਹਿਣਾ ਪੈਣਾ, ਹੌਲੀ ਹੌਲੀ ਉਹਦਾ ਰਸ ਆਵੇਗਾ, ਉਹਦੇ ਵਿੱਚ ਬਰਕਤਾਂ ਪੈਣਗੀਆਂ। ਜੇ ਤੁਹਾਡੇ ਦਿਲ 'ਚ ਪਿਆਰ ਹੋਵੇਗਾ ਵਾਹਿਗੁਰੂ ਪ੍ਰਤੀ, ਫਿਰ ਇਹ ਛੇਤੀ ਹੋ ਜਾਏਗਾ, ਨਹੀਂ ਬਹੁਤ ਜਨਮ ਵੀ ਲੱਗ ਸਕਦੇ ਆ। ਭਗਤ ਰਵਿਦਾਸ ਜੀ ਕਹਿੰਦੇ, ਪਰ ਜੇ ਬਹੁਤ ਪਿਆਰ ਆ ਰੱਬ ਦੇ ਨਾਲ, ਭਾਵ ਬਹੁਤ ਆ ਤੁਹਾਡੇ ਅੰਦਰ, ਫਿਰ ਨਿਮਖ ਵੀ ਲੱਗ ਸਕਦਾ। ਨਿਮਖ ਸਿਮਰਤ ਜਿਤ ਛੂਟੈ, ਫਿਰ ਇੱਕ ਸਕਿੰਟ 'ਚ ਵੀ ਛੁਟਕਾਰਾ ਹੋ ਸਕਦਾ। ਉਹੀ ਪੰਕਤੀ ਆਈ ਆ, ਜਨਮ ਮਰਨ ਦੋਹੂ ਤੇ ਛੂਟੇ, ਭਵਜਲ ਜਗਤ ਤਰਾਇਨ। ਭਵਜਲ ਕਹਿੰਦੇ ਆ ਸਮੁੰਦਰ ਨੂੰ, ਇਹ ਦੁਨੀਆ ਸਮੁੰਦਰ ਹੀ ਆ, ਗੁਰੂ ਜਹਾਜ਼ ਹੈ। ਜਿਹੜੇ ਉਹ 'ਚ ਬਹਿ ਜਾਂਦੇ ਨੇ, ਚੱਪੂ ਮਾਰਨਾ ਵਾਹਿਗੁਰੂ ਕਹਿਣਾ ਹੀ ਆ, ਉਤਰ ਜਾਂਦੇ ਨੇ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਨ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਖੋਜ ਕੇ 2 ਵਾਰੀ ਲਿਖਿਆ, ਇੱਕ ਤੱਤ ਵਿਚਾਰਿਆ ਹੈ, ਇੱਕ ਗੱਲ ਕੱਢੀ ਆ, ਲੱਭੀ ਆ, ਕੀ ਆ। ਜਿਹੜੇ ਹਰੀ ਦੇ ਦਾਸ ਨੇ ਉਹ ਉਹਦੀ ਰਜਾ 'ਚ ਰਹਿੰਦੇ ਨੇ। ਦਾਸ ਗੋਬਿੰਦ ਪਰਾਇਨ, ਪਰਾਇਨ ਹੁੰਦਾ ਉਹਦੀ ਰਜਾ ਵਿੱਚ ਰਹਿਣਾ। ਜੋ ਹੋ ਗਿਆ ਠੀਕ ਆ, ਜੋ ਉਹਨੇ ਕੀਤਾ ਉਹ ਠੀਕ ਸੀ, ਜੋ ਕਰੇਗਾ ਉਹ ਠੀਕ ਹੋਵੇਗਾ। ਕਿਸੇ ਮਹਾਂਪੁਰਸ਼ਾਂ ਦੀ ਗਾਥਾ ਇੱਕ ਮੈਂ ਪੜ੍ਹੀ, ਬਹੁਤ ਸੋਹਣੀ ਮੈਨੂੰ ਲੱਗੀ ਇਹ। ਅਤੇ ਪਿੰਡ ਦੇ ਲੋਕ ਉਹਨਾਂ ਕੋਲ ਚਲੇ ਗਏ, ਕਹਿਣ ਲੱਗੇ ਰੱਬ ਦੇ ਪਿਆਰਿਓ, ਕੱਲ੍ਹ ਨੂੰ ਮੌਸਮ ਕਿਹੋ ਜਿਹਾ ਹੋਊਗਾ, ਬੰਦਗੀ ਕਰਦੇ ਹੋ ਅਸੀਂ, ਬੱਦਲ ਆ ਰਹੇ ਨੇ ਉੱਪਰ ਅਤੇ ਡਰ ਲੱਗਦਾ, ਦੱਸੋ। ਕਹਿੰਦੇ ਕੱਲ੍ਹ ਨੂੰ ਉਹ ਮੌਸਮ ਹੋਊਗਾ ਜਿਹੜਾ ਮੇਰੇ ਲਈ ਠੀਕ ਹੋਊਗਾ। ਕਹਿੰਦੇ ਕੱਲ੍ਹ ਨੂੰ ਉਹ ਮੌਸਮ ਹੋਊਗਾ ਜਿਹੜਾ ਮੈਨੂੰ ਪਸੰਦ ਬਹੁਤ ਆ। ਕਹਿੰਦੇ ਤੁਹਾਨੂੰ ਕਿਹੜਾ ਮੌਸਮ ਪਸੰਦ ਆ? ਕਹਿੰਦੇ ਮੈਨੂੰ ਉਹ ਪਸੰਦ ਆ ਜਿਹੜੀ ਰੱਬ ਦੀ ਮਰਜ਼ੀ ਹੁੰਦੀ ਆ। ਮੰਨ ਲਓ ਮੀਂਹ ਪੈ ਗਿਆ, ਮੈਨੂੰ ਉਹ ਪਸੰਦ ਆ। ਹਨੇਰੀ ਆ ਗਈ, ਮੈਨੂੰ ਉਹ ਪਸੰਦ ਆ। ਠੀਕ ਰਹਿ ਗਿਆ, ਹਵਾ ਨਹੀਂ ਵਗੀ, ਪੱਤਾ ਨਾ ਹਿੱਲਿਆ, ਮੈਨੂੰ ਉਹ ਵੀ ਪਸੰਦ ਆ। ਇਸ ਕਰਕੇ ਕਹਿਣ ਦਾ ਭਾਵ ਮੇਰੇ ਇਹ ਹੈ, ਇਹ ਤਾਂ ਸਮਝਾਉਣ ਲਈ ਹੁੰਦੀਆਂ ਨੇ, ਤਾਂ ਮਹਾਂਪੁਰਸ਼ ਆਪਦੀਆਂ ਕਿਤਾਬਾਂ 'ਚ ਉਦਾਹਰਨਾਂ ਦਿੰਦੇ ਨੇ, ਤੁਸੀਂ ਛੇਤੀ ਸਮਝ ਜਾਂਦੇ ਹੋ। ਸ਼ਬਦ ਦੀ ਕਥਾ ਥੋੜ੍ਹੀ ਬਰੀਕ ਹੋ ਜਾਂਦੀ ਆ, ਉਦਾਹਰਨਾਂ ਥੋੜ੍ਹੀਆਂ ਜਿਹੀਆਂ ਤੁਹਾਨੂੰ ਸਪਸ਼ਟ ਕਰ ਦਿੰਦੀਆਂ ਗੱਲ ਨੂੰ। ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਨ। ਹਵੇ ਮੇਰੀ ਕੱਲ੍ਹ ਨੂੰ ਜ਼ਿੰਦਗੀ ਕਿਵੇਂ ਹੋਵੇਗੀ, ਹਾਏ ਆਪਾਂ ਕਹਿੰਦੇ ਹਾਂ ਪਤਾ ਨਹੀਂ ਕੀ ਹੋਣਾ, ਪਤਾ ਨਹੀਂ ਕਿੱਧਰ ਲੈ ਜਾਣਾ, ਰਹਿੰਦੀ ਉਮਰ ਦੀਆਂ ਵਾਟਾਂ ਨੇ, ਆਪਾਂ ਐਵੇਂ ਕਹਿੰਦੇ ਹਾਂ। ਕਹਿੰਦੇ ਜਿੱਧਰ ਲੈ ਜਾਊਗਾ ਰੱਬ ਮੈਂ ਠੀਕ। ਖੋਜ ਕੇ ਗੁਰੂ ਸਾਹਿਬ ਜੀ ਕਹਿੰਦੇ ਮੈਂ ਇਹ ਗੱਲ ਕੱਢੀ ਆ,
ਉਹਦੇ ਜਿਹੜੇ ਦਾਸ ਨੇ ਰੱਬ ਦੇ, ਉਹ ਉਹਦੀ ਰਜਾ 'ਚ ਰਹਿੰਦੇ ਨੇ। ਇਹਨੂੰ ਹੀ ਬੰਦਗੀ ਕਹਿੰਦੇ ਨੇ। ਖੋਜ ਖੋਜ ਕੇ ਇਹ ਪਰ ਸਿੱਧਾ ਨਹੀਂ ਨਾ ਹੁੰਦਾ। ਆਪਣੇ ਨਾਲ ਮਾੜੀ ਜੀ ਗੱਲ ਹੋ ਗਈ, ਵਪਾਰ 'ਚ ਘਾਟਾ ਪੈ ਗਿਆ, ਆਪਾਂ ਤਾਂ ਜਦੋਂ ਹੀ ਰੋਣ ਲੱਗ ਜਾਣਾ। ਭਗਤ ਰਵਿਦਾਸ ਜੀ ਕਹਿੰਦੇ, ਮਾਇਆ ਗਈ ਤਬ ਰੋਵਨ ਲਗਤ ਹੈ। ਬੰਦਿਆ ਤੈਨੂੰ ਤਾਂ ਹਸਾਉਂਦੀ ਵੀ ਮਾਇਆ, ਤੈਨੂੰ ਰਵਾਉਂਦੀ ਵੀ ਮਾਇਆ। ਤੂੰ ਆਪ ਨਹੀਂ ਹੱਸਦਾ, ਤੂੰ ਆਪ ਨਹੀਂ ਰੋਂਦਾ। ਤੇਰੀ ਤਾਂ ਡੋਰ ਪੈਸੇ ਦੇ ਹੱਥ 'ਚ ਆ। 4 ਵੱਧ ਮਿਲ ਗਏ, 4 ਛਿੱਲੜ ਵੱਧ ਮਿਲ ਗਏ, ਤੂੰ ਖੁਸ਼ ਹੋ ਜਾਣਾ। 4 ਛਿੱਲੜ ਘੱਟ ਬਣ ਗਏ, ਤੂੰ ਰੋਣ ਲੱਗ ਜਾਣਾ। ਤੇਰਾ ਤਾਂ ਹਾਸਾ ਵੀ ਪੈਸਾ ਹੀ ਤੈਅ ਕਰ ਰਿਹਾ। ਤੇਰੀ ਔਕਾਤ ਕੀ ਆ ਬੰਦੇ? ਤੂੰ ਆਪ ਨਹੀਂ ਹੱਸਦਾ, ਤੈਨੂੰ ਪੈਸਾ ਹਸਾਉਂਦਾ ਹੈ। ਮਾਇਆ ਗਈ ਤਬ ਰੋਵਣ ਲਗਤ ਹੈ, ਜਬ ਕੱਛ ਪਾਵੇ ਤਬ ਗਰਭ ਕਰਤ ਹੈ। ਜੇ ਵੱਧ ਪੈਸੇ ਮਿਲ ਗਏ ਹੱਸਣ ਲੱਗ ਜਾਏਗਾ, ਘਾਟਾ ਪੈ ਗਿਆ ਰੋਣ ਲੱਗ ਜਾਏਗਾ। ਤੇਰਾ ਹੱਸਣਾ ਰੋਣਾ ਸਹਿਜ ਨਹੀਂ, ਇਹ ਕਿਸੇ ਚੀਜ਼ 'ਤੇ ਟਿਕਿਆ ਹੋਇਆ ਹੈ। ਪਰ ਅਸੀਂ ਖੋਜ ਖੋਜ ਕੇ ਗੱਲ ਕੱਢੀ ਆ। ਰੱਬ ਦੇ ਪਿਆਰਿਆਂ ਦਾ ਹਾਸਾ ਕਿਸੇ ਚੀਜ਼ 'ਤੇ ਨਹੀਂ ਟਿਕਿਆ, ਉਹ ਵੈਸੇ ਹੀ ਖੁਸ਼ ਨੇ। ਬਹੁਤ ਇਹ ਮਤਲਬ ਡੂੰਘੀ ਗੱਲ ਹੋ ਜਾਏਗੀ, ਇਵੇਂ ਤੁਸੀਂ ਵੱਧ ਸਮਝੋਗੇ। ਇੱਕ ਕੋਈ ਵਪਾਰੀ ਬੰਦਾ ਸੀ, ਉਹਦੇ ਕੋਲ ਬਹੁਤ ਸਾਰੇ ਪੈਸੇ ਸੀ। ਇੱਕ ਦਿਨ ਘਰ ਦੇ ਬਾਹਰ ਖੜਾ ਹੈ ਅਤੇ ਘਰ ਨੂੰ ਅੱਗ ਲੱਗੀ ਹੋਈ ਹੈ, ਉਹਦੇ ਰੋ ਰਿਹਾ ਹੈ। ਆ ਕੇ ਪਿੱਛੋਂ ਦੀ ਉਹਦੇ ਪੁੱਤਰ ਨੇ ਆਖਿਆ, ਕਹਿੰਦੇ ਪਿਤਾ ਜੀ ਰੋਵੋ ਨਾ। ਇਹਦਾ ਸੌਦਾ ਹੋ ਗਿਆ ਸੀ, ਮਤਲਬ ਕਿ ਉਹ ਪ੍ਰੋਪਰਟੀ ਡੀਲਰ ਸੀ। ਕਹਿੰਦਾ ਰੋਵੋ ਨਾ, ਕੋਈ ਗੱਲ ਨਹੀਂ, ਫਿਕਰ ਛੱਡੋ। ਅਤੇ ਇਹ ਤਾਂ ਆਪਾਂ ਇਹਦਾ ਸੌਦਾ ਕਰ ਚੁੱਕੇ ਹਾਂ। ਉਹ ਕਹਿੰਦਾ ਠੀਕ ਆ, ਉਹਨੇ ਰੋਣਾ ਬੰਦ ਕਰਤਾ। ਫਿਰ ਪੁੱਤਰ ਆਇਆ, ਕਹਿੰਦਾ ਨਹੀਂ ਪਿਤਾ ਜੀ, ਸੌਦਾ ਤਾਂ ਹੋ ਗਿਆ ਪਰ ਰਕਮ ਨਹੀਂ ਮਿਲੀ ਅਜੇ। ਕੀ ਪਤਾ ਹੁਣ ਉਹ ਦੇਵੇ ਕਿ ਨਾ ਦੇਵੇ, ਕਿ ਇਹਨੂੰ ਤੱਗ ਲੱਗ ਗਈ। ਫਿਰ ਰੋਣ ਲੱਗ ਗਿਆ। ਸਾਡਾ ਹਾਸਾ ਤੇ ਸਾਡਾ ਰੋਣਾ ਜਿਹੜਾ ਹੈ ਇਵੇਂ ਹੀ ਆ, ਇਹਨਾਂ ਚੀਜ਼ਾਂ ਦੇ ਦੁਆਲੇ ਘੁੰਮਦਾ ਹੈ। ਹਰ ਜਨ ਗੁਣ ਗਾਵਤ ਹੱਸਿਆ, ਬਾਣੀ ਦੀ ਪੰਗਤੀ ਹੋਈ ਆ। ਰੱਬ ਦਾ ਪਿਆਰਾ ਇਵੇਂ ਨਹੀਂ ਕਿ ਇੱਦਾਂ ਉਹ ਹੱਸੇਗਾ, ਉਹ ਤਾਂ ਖਿੜਿਆ ਹੀ ਰਹਿਣਾ ਉਹਨੇ। ਦੁੱਖ ਆ ਗਿਆ ਤਾਂ ਵੀ ਖਿੜਿਆ, ਸੁੱਖ ਆ ਗਿਆ ਤਾਂ ਵੀ ਖਿੜਿਆ। ਅਖੀਰਲੀ ਪੰਗਤੀ ਵਿੱਚ ਕਿਹਾ ਹੈ, ਅਬਨਾਸੀ ਖੇਮ ਚਾਹੇ ਜੇ ਨਾਨਕ। ਅਬਨਾਸੀ ਖੇਮ ਕਹਿੰਦੇ ਨੇ ਨਾ ਖਤਮ ਹੋਣ ਵਾਲਾ ਦੁੱਖ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਦੇ ਇੱਦਾਂ ਦੇ ਅਰਥ ਕੀਤੇ ਨੇ, ਜਿਹੜਾ ਸਦਾ ਹੀ ਸੁੱਖ ਬਣਿਆ ਰਹਿੰਦਾ ਹੈ। ਜੇ ਤੂੰ ਉਹ ਚਾਹੁੰਦਾ ਹੈ, ਸਦਾ ਸਿਮਰ ਨਾਰਾਇਣ। ਅਬਨਾਸੀ ਖੇਮ, ਨਾ ਖਤਮ ਹੋਣ ਵਾਲਾ ਸੁੱਖ, ਚਾਹੇ ਜੇ ਨਾਨਕ। ਬੰਦਿਆ ਜੇ ਤੂੰ ਚਾਹੁੰਦਾ ਹੈ, ਉਹਦੇ ਲਈ ਕੀ ਕਰ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਨੂੰ ਚੇਤੇ ਕਰਿਆ ਕਰ। ਨਾਰਾਇਣ ਨਾਮ ਰੱਬ ਦਾ ਹੀ ਹੈ ਇੱਥੇ। ਨਾਰਾਇਣ ਘਟ ਮਾਹੇ ਨਿਵਾਸ, ਨਾਰਾਇਣ ਸਭ ਮਾਹੇ ਨਿਵਾਸ। ਨਾਰਾਇਣ ਨਾਰਾਇਣ ਇਹ ਰੱਬ ਦਾ ਨਾਮ ਹੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਜੋ ਸਿਖਾਇਆ ਅਤੇ ਉਹਨੂੰ ਆਪਾਂ ਭਾਈ ਪੱਲੇ ਬੰਨ੍ਹਣਾ ਹੈ। ਮਿੱਠਾ ਆਪਾਂ ਤਾਂ ਬੋਲਣਾ, ਸਾਡਾ ਮਨ ਠੀਕ ਰਹਿੰਦਾ ਮਿੱਠਾ ਬੋਲਣ ਦੇ ਨਾਲ। ਵਾਚਕ ਕਰਮ ਚੰਗਾ ਰੱਖਣਾ, ਸਾਡੀ ਸਿਹਤ ਠੀਕ ਰਹਿੰਦੀ ਆ। ਪਹਿਲਾਂ ਆਪ ਤਪਾਂਗੇ ਕੌੜਾ ਬੋਲਣ ਤੋਂ ਪਹਿਲਾਂ, ਕੋਲੇ ਪਹਿਲਾਂ ਆਪਦੇ ਤਲੀਆਂ 'ਤੇ ਰੱਖ ਲਏ, ਸਾੜਤਾ ਆਪਦਾ ਆਪ, ਫਿਰ ਚੱਕ ਦੂਜੇ 'ਤੇ ਸੱਟ ਦਿਓ ਵੀ ਲੈ ਤੂੰ ਵੀ ਸੜ ਜਾ। ਮੈਂ ਦੁਖੀ ਹਾਂ ਅਤੇ ਤੂੰ ਕਿਵੇਂ ਸੁਖੀ ਆ? ਮੈਂ ਤਾਂ ਤੈਨੂੰ ਦੁਖੀ ਕਰਨਾ ਹੀ ਕਰਨਾ। ਜਿਹਦੇ ਕੋਲ ਜੋ ਆ ਉਹਨੇ ਤੁਹਾਨੂੰ ਉਹ ਦੇਣਾ। ਗੁਰੂ ਕੋਲੇ ਸ਼ਾਂਤੀ ਆ, ਤਾਂ ਹੀ ਇਹਨਾਂ ਕੋਲ ਬੈਠ ਕੇ ਤੁਹਾਨੂੰ ਸ਼ਾਂਤੀ ਮਿਲਦੀ ਆ, ਸਕੂਨ ਮਿਲਦਾ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇੱਕ ਬਹੁਤ ਪਿਆਰੀ ਘਟਨਾ ਹੈ। ਰੋਜ਼ਾਨਾ ਇਹ ਹੁੰਦਾ ਮਨ ਦੇ ਵਿੱਚ ਕਿ ਇੱਕ ਸਾਖੀ ਆਪਾਂ ਜ਼ਰੂਰ ਉਹਨਾਂ ਦੇ ਜੀਵਨ 'ਚੋਂ ਕਹੀਏ, ਕਿਉਂਕਿ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਬੇ ਦੀਆਂ ਕਹਾਣੀਆਂ ਬਬਾਣੀਆਂ ਤੁਹਾਨੂੰ ਕੁਪੁੱਤਰ ਤੋਂ ਸੁਪੁੱਤਰ ਕਦੋਂ ਬਣਾ ਦੇਣ, ਇਹ ਉਹ ਜਾਣਦਾ ਹੈ। ਸੁਣਾਉਣ ਵਾਲਾ ਵੀ ਨਹੀਂ ਜਾਣਦਾ, ਸੁਣਨ ਵਾਲਾ ਵੀ ਨਹੀਂ ਜਾਣਦਾ ਵੀ ਕਦੋਂ ਰਹਿਮਤ ਹੋਣੀ ਆ। ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਵਿੱਚ ਗਏ, ਜਿਹਨੂੰ ਸੈਦਪੁਰ ਵੀ ਕਹਿੰਦੇ ਸਨ। ਉੱਥੋਂ ਦੇ ਲੋਕਾਂ ਨੂੰ ਪਹਿਲਾਂ ਦੇਖਿਆ, ਬਹੁਤ ਉਹਨਾਂ ਦੀ ਜ਼ਿੰਦਗੀ ਰਸਾਂ ਦੇ ਨਾਲ ਭਰੀ ਹੋਈ,
ਤੇ ਜਿਹੜੀਆਂ ਬੀਬੀਆਂ ਸਨ ਉਹਨਾਂ ਦੇ ਜਿਹੜੀ ਮਾਂਗ ਹੁੰਦੀ ਆ ਉਹਦੇ ਵਿੱਚ ਸੰਧੂਰ ਭਰਿਆ ਹੋਇਆ, ਪਲੰਗ ਤੇ ਉਹ ਸੌਂਦੀਆਂ ਨੇ, ਘੋੜੇ ਲੋਕਾਂ ਕੋਲ ਰੱਖੇ ਨੇ, ਹਾਥੀ, ਬਹੁਤ ਕੁਝ ਆ, ਪਰ ਉਹ ਰੱਬ ਨੂੰ ਯਾਦ ਨਹੀਂ ਸੀ ਕਰਦੇ। ਏਮਨਾਬਾਦ ਦੀ ਘਟਨਾ ਹੈ। ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਾਣਗੇ ਆਉਣ ਵਾਲੇ ਸਮੇਂ ਨੂੰ ਕਿ ਇੱਥੇ ਤਾਂ ਬਾਬਰ ਆਉਣ ਵਾਲਾ ਹੀ ਆ। ਇੱਥੇ ਬਾਬਰ ਨੇ ਆਉਣਾ, ਹੁਣ ਥੋੜ੍ਹੇ ਸਮੇਂ ਬਾਅਦ ਹਮਲਾ ਹੋ ਜਾਣਾ। ਉਵੇਂ ਹੀ ਹੋਇਆ ਜੋ ਕਿਹਾ। ਬਾਬਰ ਆਇਆ, ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ ਬਾਬਰ ਨੇ। ਜਿਵੇਂ ਕੋਈ ਹਨੇਰੀ ਆਉਂਦੀ ਆ, ਦਰਖਤਾਂ ਨੂੰ ਜੜ੍ਹਾਂ ਤੋਂ ਪੱਟ ਕੇ ਲੈ ਜਾਂਦੀ ਆ, ਬਾਬਰ ਇੱਦਾਂ ਹੀ ਆਇਆ। ਆਂਧੀ ਆਈ, ਜਿਵੇਂ ਇੱਕ ਕਾਲੀਆਂ ਘਟਾਵਾਂ ਆਈਆਂ, ਸਭ ਉਜਾੜਤਾ, ਸਾਰੇ ਲੋਕ ਕੈਦੀ ਬਣਾ ਲਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਦੇਖ ਲਿਆ ਕਿ ਇਹ ਕੌਣ ਨੇ, ਇਹਨਾਂ ਨੂੰ ਵੀ ਕੈਦੀ ਬਣਾਓ, ਇਹਨਾਂ ਨੂੰ ਵੀ ਗੁਲਾਮ ਬਣਾਓ। ਬਾਬਰ ਦਾ ਆਰਡਰ ਸੀ, ਸਾਰਿਆਂ ਨੂੰ ਹੁਕਮ ਸੀ। ਤੇ ਭਾਈ ਮਰਦਾਨਾ ਜੀ ਨੂੰ ਉੱਥੋਂ ਦਾ ਜਿਹੜਾ ਇੱਕ ਉਹਦਾ ਸੇਵਕ ਸੀ, ਦਾਸ ਸੀ, ਸੈਨਿਕ ਸੀ, ਉਹਨੇ ਘੋੜਾ ਪਕੜਾਇਆ। ਘੋੜਾ ਬਹੁਤ ਜ਼ਿਆਦਾ ਚੰਚਲ ਸੀ। ਕਹਿੰਦਾ ਜੇ ਤੂੰ ਇਹ ਘੋੜੇ ਨੂੰ ਛੱਡਿਆ ਤਾਂ ਤੈਨੂੰ ਮਾਰ ਪਊਗੀ। ਘੋੜੇ ਦੀ ਲਗਾਮ ਫੜ ਕੇ ਪਿੱਛੇ ਪਿੱਛੇ ਆ, ਵਿਹਲਾ ਮੈਂ ਕਿਸੇ ਨੂੰ ਨਹੀਂ ਰਹਿਣ ਦੇਣਾ। ਗੁਰੂ ਨਾਨਕ ਸਾਹਿਬ ਜੀ ਦੇ ਸਿਰ ਤੇ ਇੱਕ ਪੰਡ ਰਖਾ ਦਿੱਤੀ। ਕਹਿੰਦੇ ਆਹ ਚੱਕੋ ਪੰਡ, ਤੁਸੀਂ ਪਿੱਛੇ ਪਿੱਛੇ ਆ ਜਾਓ, ਹੁਣ ਤੁਹਾਨੂੰ ਸਾਰਿਆਂ ਨੂੰ ਕੈਦ ਕਰ ਲਿਆ ਜਾਣਾ। ਜਿਹੜੇ ਮਰ ਗਏ ਉਹ ਮਰ ਗਏ, ਜਿਹੜੇ ਬਚ ਗਏ ਉਹ ਸਾਡੇ ਗੁਲਾਮ। ਇੱਦਾਂ ਦਾ ਉਹਨਾਂ ਦਾ ਸੋਚਣ ਦੀ ਬਿਰਤੀ ਸੀ ਬਾਬਰ ਦੀ। ਗੁਰੂ ਨਾਨਕ ਸਾਹਿਬ ਜੀ ਦੇ ਕਿਹਾ ਜਾਂਦਾ, ਇਤਿਹਾਸਕਾਰ ਕਹਿੰਦੇ ਪੰਡ ਤਾਂ ਸਿਰ ਤੇ ਰੱਖਤੀ ਸੀ, ਪਰ ਉਹ ਪੰਡ ਸਿਰ ਤੋਂ ਥੋੜ੍ਹੀ ਉੱਚੀ ਹੋਈ ਰਹੀ ਆ, ਸਿਰ ਤੇ ਨਹੀਂ ਰੱਖ ਸਕੇ, ਭਾਵ ਕਿ ਉਹ ਹਵਾ 'ਚ ਹੀ ਰਹੀ ਆ। ਰਹੀ ਸਿਰ ਦੇ ਉੱਪਰ ਹੀ ਆ, ਪਰ ਜਿੱਥੇ ਜਿੱਥੇ ਤੁਰਦੇ ਉੱਪਰ ਉੱਪਰ ਰਹੀ ਆ। ਇੱਦਾਂ ਕਈ ਇਤਿਹਾਸਕਾਰ ਨੇ ਲਿਖਿਆ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਜਨਮ ਸਾਖੀ ਵਿੱਚ ਲਿਖਿਆ, ਰਬਾਬ ਛੇੜ ਬਾਣੀ ਆਈ। ਕਹਿੰਦਾ ਮਹਾਰਾਜ ਜੀ ਆਹ ਦੇਖੋ, ਆਹ ਸੈਨਿਕ ਮੇਰੇ ਸੱਜੇ ਖੱਬੇ ਨੇ, ਇਹਨਾਂ ਨੇ ਮੈਨੂੰ ਘੋੜਾ ਫੜਾਇਆ ਹੈ, ਚੰਚਲ, ਬਹੁਤ ਚੰਚਲ ਆ। ਜੇ ਮੈਂ ਛੱਡਤਾ ਤੇ ਇਹਨੇ ਭੱਜ ਜਾਣਾ ਤੇ ਮੈਨੂੰ ਕੁੱਟਣਗੇ, ਮਾਰਨਗੇ, ਗੁਲਾਮ ਬਣਾ ਲੈਣਗੇ। ਮਹਾਰਾਜ ਮੈਂ ਨਹੀਂ ਛੱਡ ਸਕਦਾ ਇਹ ਘੋੜੇ ਦੀ ਬਾਂਗ, ਆਪ ਜੀ ਕੋਈ ਕਿਰਪਾ ਕਰੋ। ਗੁਰੂ ਸਾਹਿਬ ਜੀ ਕਹਿੰਦੇ ਇਹ ਵੀ ਮਨ ਵਰਗਾ ਹੀ ਆ ਘੋੜਾ, ਇਹ ਘੋੜਾ ਮਨ ਵਰਗਾ ਹੀ ਆ, ਚੰਚਲ ਹੈ ਨਾ। ਚੰਚਲ ਮਨ ਕਾਹਦੇ ਨਾਲ ਲੋਟ ਆਉਂਦਾ ਹੈ? ਵਾਹਿਗੁਰੂ ਕਹਿਣ ਨਾਲ। ਤੂੰ ਲਗਾਮ ਛੱਡ ਦੇ, ਵਾਹਿਗੁਰੂ ਕਹਿ ਲਾ, ਰਬਾਬ ਵਜਾ, ਅਸੀਂ ਸ਼ਬਦ ਗਾਉਣੇ ਨੇ। ਤਾਂ ਉਹਨਾਂ ਫਿਰ ਭਾਈ ਸਾਹਿਬ ਜੀ ਨੇ ਕਹਿਣਾ ਮੰਨਣਾ ਸੀ ਗੁਰੂ ਨਾਨਕ ਜੀ ਦਾ। ਉਹ ਘੋੜੇ ਦੀ ਵਾਂਗ ਛੱਡਤੀ ਤੇ ਵਾਹਿਗੁਰੂ ਵਾਹਿਗੁਰੂ ਕਿਹਾ ਤੇ ਰਬਾਬ ਵਜਾਈ ਆ। ਉਹ ਘੋੜਾ ਪਿੱਛੇ ਪਿੱਛੇ ਹੀ ਆਇਆ, ਚੰਚਲ ਬਹੁਤ ਸੀ, ਪਰ ਰਬਾਬ ਸੁਣ ਕੇ, ਗੁਰੂ ਦੀ ਬਾਣੀ ਸੁਣ ਕੇ ਉਹ ਕਾਬੂ ਆ ਗਿਆ। ਜਿੱਦਾਂ ਮਨ ਵੀ ਇੱਕ ਚੰਚਲ ਹੀ ਹੁੰਦਾ, ਘੋੜੇ ਦੇ ਵਾਂਗ ਹੀ ਹੁੰਦਾ ਨਾ, ਤੇ ਜਦੋਂ ਇਹ ਬਾਣੀ ਸੁਣਦਾ ਇਹ ਵੀ ਕਾਬੂ 'ਚ ਆ ਜਾਂਦਾ। ਗੁਰੂ ਨਾਨਕ ਸਾਹਿਬ ਨੂੰ ਫਿਰ ਲੈ ਗਏ ਤੇ ਕੈਦਖਾਨੇ 'ਚ ਬੰਦ ਕਰ ਦਿੱਤਾ। ਨਾਲ ਭਾਈ ਮਰਦਾਨਾ ਜੀ ਵੀ ਸੀ। ਕਈ ਇਤਿਹਾਸਕਾਰ ਕਹਿੰਦੇ ਨਾਲ ਭਾਈ ਬਾਲਾ ਜੀ ਵੀ ਸਨ। ਉਹਨਾਂ ਦੇ ਦੋਨੋਂ ਅਨੁਯਾਈ ਨਾਲ ਹੀ ਸੀਗੇ। ਤੇ ਫਿਰ ਉਹਨਾਂ ਨੇ ਚੱਕੀਆਂ ਗੇੜਨ ਲਈ ਆਖਿਆ ਕਿ ਚੱਕੀਆਂ ਗੇੜੋ, ਹੁਣ ਕੈਦੀਆਂ ਤੋਂ ਕੈਦੀਆਂ ਵਾਲਾ ਕੰਮ ਹੀ ਕਰਵਾਵਾਂਗੇ। ਜੇ ਸ਼ਾਮ ਦੀ ਰੋਟੀ ਖਾਣੀ ਆ ਤੇ ਚੱਕੀ ਪੀਸੋਗੇ ਤੇ ਮਿਲੇਗੀ। ਸਾਰੇ ਚੱਕੀਆਂ ਪੀਸਣ ਲੱਗ ਜਾਂਦੇ ਨੇ। ਗੁਰੂ ਨਾਨਕ ਸਾਹਿਬ ਜੀ ਚੱਕੀ ਵੱਲ ਦੇਖਦੇ ਰਹਿੰਦੇ ਨੇ, ਦੇਖਦੇ ਰਹਿੰਦੇ ਨੇ। ਉਹ ਚੱਕੀ ਆਪਣੇ ਆਪ ਉਦੋਂ ਗਿੜੀ ਆ। ਬਾਬਰ ਦੇ ਕੈਦਖਾਨੇ ਵਿੱਚ ਸੈਨਿਕਾਂ ਨੇ ਦੇਖ ਲਿਆ, ਭੱਜੇ ਭੱਜੇ ਗਏ ਬਾਬਰ ਕੋਲੇ। ਕਹਿੰਦੇ ਜੀ ਲੱਗਦਾ ਕੋਈ ਮਹਾਂਪੁਰਸ਼ ਆਪਾਂ ਕੈਦ ਕਰ ਲਿਆ, ਕੋਈ ਫਕੀਰ ਲੱਗਦਾ ਹੈ। ਹੁਣ ਤੁਸੀਂ ਦੇਖੋ ਚੱਕੀਆਂ ਆਪੇ ਘੁੰਮਦੀਆਂ ਉੱਥੇ। ਬਾਬਰ ਕਰਾਮਾਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਜਿੰਨੇ ਵੀ ਮੁਸਲਮਾਨ ਹੋਏ ਨੇ ਹਾਕਮ, ਇਹ ਬਹੁਤ ਪ੍ਰਭਾਵਿਤ ਹੋਏ ਨੇ ਕਰਾਮਾਤ ਤੋਂ, ਇੰਨੇ ਜ਼ਿਆਦਾ ਸੀ। ਤੇ ਉਹਨਾਂ ਦੇ ਕਦਮਾਂ ਵਿੱਚ ਸਭ ਕੁਝ ਰੱਖ ਦਿੰਦੇ ਸੀ ਜੋ ਕਰਾਮਾਤ ਦਿਖਾਉਂਦਾ ਸੀ। ਆ ਗਿਆ, ਦੌੜਿਆ, ਕਹਿਣ ਲੱਗਾ ਮਾਫੀ ਚਾਹੁੰਦਾ, ਮੈਨੂੰ ਬਖਸ਼ ਲਵੋ ਜੀ, ਕਿਰਪਾ ਕਰੋ ਮੇਰੇ ਤੇ। ਬਾਬਰ ਨੇ ਆਖਿਆ ਮੈਥੋਂ ਭੁੱਲ ਹੋ ਗਈ,
ਤੁਹਾਡੇ ਵਰਗੇ ਫਕੀਰ ਨੂੰ ਮੈਂ ਕੈਦ ਕੀਤਾ, ਚਲੋ ਹੁਣ ਤੁਸੀਂ ਮੇਰੇ ਦਰਬਾਰ ਦੇ ਵਿੱਚ ਚੱਲੋ ਜੀ। ਬਹੁਤ ਉਹਨੇ ਤੋਹਫੇ ਵੀ ਲਿਆਂਦੇ, ਨਜ਼ਰਾਨੇ ਵੀ ਲਿਆਂਦੇ। ਚੱਕੀ ਗਿੜਦੀ ਹੋਈ ਦੇਖ ਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਪਹਿਲਾਂ ਤੂੰ ਉਹ ਜਗ੍ਹਾ 'ਤੇ ਜਾ ਜਿੱਥੇ ਤੂੰ ਲੁੱਟ ਖਸੁੱਟ ਕੀਤੀ ਆ। ਇਹ ਕੈਦਖਾਨਾ ਹੈ, ਤੂੰ ਉੱਥੇ ਘੋੜੇ 'ਤੇ ਬੈਠ ਕੇ ਗੇੜਾ ਕੱਢ ਕੇ ਆ। ਤੂੰ ਦੇਖ ਤੂੰ ਕਿੰਨੀ ਤਬਾਹੀ ਕੀਤੀ ਆ, ਫਤੂਰ ਕਿੰਨਾ ਤੂੰ ਮਚਾਇਆ। ਖੁਰਾਸਾਨ ਖਸਮਾਨਾ ਕੀਆ, ਹਿੰਦੋਸਤਾਨ ਡਰਾਇਆ। ਏਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨਾ ਆਇਆ। ਜੇ ਸਕਤਾ ਸਕਤੇ ਕੋ ਮਾਰੇ, ਤਾਂ ਮਨ ਰੋਸ ਨਾ ਹੋਈ। ਕਹਿੰਦੇ ਤੂੰ ਬਰਾਬਰ ਦਿਆਂ ਨੂੰ ਮਾਰਦਾ ਨਾ, ਬਰਾਬਰ ਦਿਆਂ ਨਾਲ ਲੜਦਾ ਤਾਂ ਮੈਂ ਕਹਿੰਦਾ ਬਾਬਰ ਲੜਿਆ ਹੈ। ਤੂੰ ਤਾਂ ਨਿਹੱਥਿਆਂ ਨੂੰ ਮਾਰਿਆ, ਉਹਨਾਂ ਨੂੰ ਜਿਨ੍ਹਾਂ ਦੇ ਸਿਰ ਵਿੱਚ ਪੱਟੀਆਂ ਸੀ, ਸੰਧੂਰ ਸੀ ਇਸਤਰੀਆਂ ਦੇ, ਉਹਨਾਂ ਦੇ ਵਾਲ ਅੱਜ ਕੈਂਚੀ ਨਾਲ ਕੱਟੇ ਜਾ ਰਹੇ ਨੇ। ਜਿਹੜੇ ਮਹਿਲਾਂ ਵਿੱਚ ਰਹਿੰਦੇ ਸੀ ਤੇ ਬਹੁਤ ਸੋਹਣਾ ਭੋਜਨ ਛਕਦੇ ਸੀ, ਅੱਜ ਜਿਹੜੀਆਂ ਚੱਕੀਆਂ ਨੇ ਇਹਨਾਂ ਦਾ ਆਟਾ ਪੀ ਕੇ ਰੋਟੀ ਮਿਲ ਰਹੀ ਆ। ਆਦੇਸ ਬਾਬਾ ਆਦੇਸ, ਆਦ ਪੁਰਖ ਤੇਰਾ ਅੰਤ ਨ ਪਾਇਆ। ਹੈ ਵਾਹਿਗੁਰੂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੈਸੇ ਰੰਗ ਨੇ ਇਹ, ਜਿਨ੍ਹਾਂ ਨੂੰ ਏਮਨਾਬਾਦ ਵਿੱਚ ਦੇਖਿਆ ਸੀ ਮਹਿਲਾਂ 'ਚ ਰਹਿੰਦਿਆਂ ਨੂੰ, ਅੱਜ ਕੈਦਖਾਨੇ 'ਚ ਬੰਦ ਕੀਤੇ ਨੇ। ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ। ਸਿੰਘਾਸਨ ਤੇ ਬੈਠਿਆਂ ਨੂੰ ਥੱਲੇ ਲਾ ਦਿੰਨਾ, ਥੱਲੇ ਬੈਠਿਆਂ ਨੂੰ ਅਸਮਾਨ ਤੇ ਬਿਠਾ ਦਿੰਨਾ। ਇਹ ਤੂੰ ਕਰਦਾ ਹੈ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਬਾਬਰ ਨੇ ਆਖਿਆ ਮੈਥੋਂ ਭੁੱਲ ਹੋਈ ਹੈ, ਮੈਂ ਮੰਨਦਾ ਹਾਂ ਆਪਣੀ ਗਲਤੀ, ਮੈਨੂੰ ਦੱਸੋ ਮੈਨੂੰ ਕੀ ਕਰਨਾ ਚਾਹੀਦਾ, ਪਰ ਮੈਂ ਬਣਨਾ ਰਾਜਾ ਹੀ ਚਾਹੁੰਦਾ। ਮਹਾਰਾਜ ਨੇ ਆਖਿਆ ਸੀ ਜਿੰਨਾ ਸਮਾਂ ਤੂੰ ਨਿਆਂ ਕਰੇਗਾ, ਨਿਆਂਪੂਰਵਕ ਰਹੇਗਾ, ਤਦੋਂ ਤੱਕ ਤੇਰਾ ਰਾਜ ਰਹੂਗਾ। ਜਦੋਂ ਤੂੰ ਨਿਆਂ ਕਰਨਾ ਛੱਡ ਦੇਗਾ, ਉਦੋਂ ਹੀ ਤੇਰੀ ਜਿਹੜੀ ਗੱਦੀ ਆ, ਕੁਰਸੀ ਆ, ਤੇਰੇ ਥੱਲੋਂ ਖਿਸਕ ਜੇਗੀ। ਤੂੰ ਨਿਆਂ ਨਾਲ ਚੱਲ। ਜਿੰਨੇ ਕੈਦ ਵਿੱਚ ਕੈਦੀ ਨੇ ਸਾਰਿਆਂ ਨੂੰ ਛੱਡ ਦੇ, ਜਿੰਨਾ ਲੁੱਟਿਆ ਹੋਇਆ ਧਨ ਵਾਪਸ ਕਰ ਦੇ ਬਾਬਰ, ਫੇਰ ਤੇਰਾ ਭਲਾ ਹੋਵੇਗਾ। ਇਹ ਆ ਕੁਰਾਨ ਸ਼ਰੀਫ ਦੇ ਅਨੁਸਾਰ ਜੀਵਨ, ਨਿਆਂਪੂਰਵਕ ਰਾਜੇ ਬਣਨਾ। ਫਿਰ ਉਹਨੇ ਸਾਰਿਆਂ ਨੂੰ ਛੱਡਿਆ ਵੀ, ਬਾਬਰ ਨੇ ਕਹਿਣਾ ਮੰਨਿਆ ਹੈ। ਉਹਨੇ ਸਾਰਾ ਜਿੰਨਾ ਲੁੱਟਿਆ ਸੀ ਸਾਰਾ ਕੁਝ ਵਾਪਸ ਵੀ ਕੀਤਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨੂੰ ਵਰ ਵੀ ਦਿੱਤਾ ਸੀ ਕਿ ਤੂੰ ਹਿੰਦੁਸਤਾਨ ਦਾ ਰਾਜਾ ਬਣੇਗਾ, ਤੇ ਉਹ ਬਣਿਆ ਵੀ ਆ। ਬਹੁਤ ਹਮਲੇ ਭਾਵੇਂ ਉਹਨੇ ਕੀਤੇ, ਜਦੋਂ ਪਿਘਲਿਆ ਪੱਥਰ, ਉਹ ਪੱਥਰ ਹੀ ਸੀ ਇੰਨੇ ਹਮਲੇ ਕਰਨੇ, ਉਹ ਗੁਰੂ ਨਾਨਕ ਦੀ ਬਾਣੀ ਸੁਣ ਕੇ ਪਿਘਲਿਆ ਹੈ। ਗੱਲ ਆਪਾਂ ਇੱਥੋਂ ਸ਼ੁਰੂ ਕੀਤੀ ਸੀ, ਜੇ ਤੁਹਾਡੀ ਬਾਣੀ ਮਿੱਠੀ ਆ, ਦੁਸ਼ਮਣ ਨੂੰ ਵੀ ਮਿੱਤਰ ਬਣਾ ਲਓਗੇ। ਜੇ ਕੌੜੀ ਆ, ਦੋਸਤ ਵੀ ਦੁਸ਼ਮਣ ਬਣ ਜਾਏਗਾ। ਤਾਂ ਬਾਬਰ ਗੁਰੂ ਨਾਨਕ ਸਾਹਿਬ ਦੇ ਬੋਲਾਂ ਨੂੰ ਸੁਣ ਕੇ ਪਿਘਲਿਆ, ਜਿਹੜਾ ਤਲਵਾਰਾਂ ਨਾਲ ਨਹੀਂ ਪਿਘਲਿਆ, ਜਿਹਨੂੰ ਕੋਈ ਨਹੀਂ ਪਿਘਲਾ ਸਕਿਆ। ਹਿੰਦੁਸਤਾਨ ਨੂੰ ਜਿਹਨੇ ਡਰਾ ਕੇ ਰੱਖਿਆ, ਉਹ ਗੁਰੂ ਨਾਨਕ ਦੇ ਬਚਨਾਂ ਨੂੰ ਸੁਣ ਕੇ ਪਿਘਲ ਗਿਆ। ਤਾਂ ਬਾਣੀ ਤੁਹਾਡੀ ਇੰਨੀ ਮਿੱਠੀ ਹੋਵੇ ਪਿਆਰਿਓ, ਦੁਸ਼ਮਣ ਵੀ ਤੁਹਾਡਾ ਮਿੱਤਰ ਬਣ ਜੇ। ਇਹੀ ਫਿਰ ਦੁਨੀਆ 'ਚ ਆ ਕੇ ਲਾਭ ਹੈ। ਗੁਰੂ ਮਹਾਰਾਜ ਕਹਿੰਦੇ ਨੇ ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ। ਫਿੱਕਾ ਦਰਗਹਿ ਸੁੱਟੀਐ, ਮੁਤੁਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਫਿੱਕੇ ਬੰਦੇ ਦੇ ਨੇੜੇ ਕੋਈ ਨਹੀਂ ਆਉਂਦਾ, ਸਾਰੇ ਦੂਰੋਂ ਹੀ ਉਹਨੂੰ ਫਤਿਹ ਬੁਲਾ ਦਿੰਦੇ ਨੇ ਕਿ ਇਹਦੇ ਕੋਲ ਖੜਾਂਗੇ, ਇਹਨੇ ਗੱਲਾਂ ਹੋਰ ਕਰਨੀਆਂ। ਇਹੀ ਉਹਦੀ ਸਜ਼ਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਬਸ ਇਹੀ ਉਹਦੀ ਸਜ਼ਾ ਕਿ ਸਾਰੇ ਉਹਦੇ ਰਿਸ਼ਤੇਦਾਰ, ਮਿੱਤਰ, ਦੋਸਤ ਤੋਂ ਦੂਰ ਹੋ ਗਏ ਸੱਜਣ, ਕਿ ਇਹਦੇ ਨੇੜੇ ਨਹੀਂ ਆਪਾਂ ਜਾਣਾ, ਇਹ ਬਹੁਤ ਕੌੜਾ, ਇਹ ਤਾਂ ਸਿਮਲ ਦਾ ਰੁੱਖ ਹੀ ਆ, ਫਲ ਫਿੱਕੇ ਆ, ਫੁੱਲ ਬੱਕ ਬਕੇ ਆ, ਕੰਮ ਨਹੀਂ ਆਉਣਾ ਇਹਨੇ ਕਿਸੇ ਦੇ। ਤਾਂ ਦੁਨੀਆ ਦਾ ਉਹ ਤੋਂ ਦੂਰ ਹੋ ਜਾਣਾ, ਰਿਸ਼ਤੇਦਾਰਾਂ ਦਾ ਉਹ ਤੋਂ ਦੂਰ ਹੋਣਾ। ਪਾਣਾ ਲਹਿ ਸਜਾਏ, ਇਹੀ ਉਹਦੀ ਸਜ਼ਾ ਹੈ। ਗੁਰੂ ਮਹਾਰਾਜ ਕਿਰਪਾ ਕਰਨ। ਜੋ ਵੀ ਆਪਾਂ ਵਿਚਾਰ ਕੀਤੀ ਹੈ ਪਿਆਰਿਓ, ਸਾਡੇ ਦਿਲਾਂ ਵਿੱਚ ਵਸੇ। ਇਹਨਾਂ ਸ਼ਬਦਾਂ ਦੀ ਕਮਾਈ ਕਰੀਏ। ਆਪਦੀ ਸਿਹਤ ਨੂੰ ਤੁਸੀਂ ਠੀਕ ਰੱਖਣਾ ਚਾਹੁੰਦੇ ਹੋ ਤਾਂ ਚੰਗਾ ਹੀ ਬੋਲੋ, ਚੰਗਾ ਹੀ ਸੁਣੋ। ਲਿਖਣ ਲੱਗੇ ਹੋ ਤਾਂ ਚੰਗਾ ਹੀ ਲਿਖੋ, ਦੇਖਣ ਲੱਗੇ ਹੋ ਤਾਂ ਚੰਗਾ ਹੀ ਦੇਖੋ ਭਾਈ। ਇਹਦੇ ਨਾਲ ਤੁਹਾਡਾ ਸਰੀਰ ਵੀ ਠੀਕ ਰਹੇਗਾ,
ਤੁਹਾਡਾ ਮਨ ਵੀ ਟਿਕਿਆ ਰਹੇਗਾ। ਕੌੜਾ ਬੋਲ ਕੇ ਆਪਦਾ ਮਨ ਵੀ ਉਚਾਟ, ਸਾਹਮਣੇ ਵਾਲੇ ਦਾ ਮਨ ਵੀ ਦੁਖੀ, ਇਹ ਪਾਪ ਦੋਨੋਂ ਹੋ ਰਹੇ ਆ। ਇਹ ਨਾ ਸੋਚੋ ਉਹਨੂੰ ਮੈਂ ਦੁਖੀ ਕੀਤਾ, ਕੌੜਾ ਬੋਲ ਕੇ ਆਪਦੇ ਆਪ ਨੂੰ ਵੀ ਤੁਸੀਂ ਦੁਖੀ ਹੋਈ ਕਰ ਰਹੇ ਹੁੰਦੇ ਆ। ਇਹ ਤੋਂ ਮਹਾਰਾਜ ਬਚਾ ਕੇ ਰੱਖਣ, ਇਹੀ ਬੇਨਤੀ ਆ। ਆਓ ਰਲ ਕੇ ਕਹਿ ਲਈਏ ਵਾਹਿਗੁਰੂ। ਗੁਰੂ ਸਾਹਿਬ ਦੀ ਸ਼ਾਨ ਵਿੱਚ ਬੋਲਦੇ ਹਾਂ, ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਸਤਿਗੁਰੂ ਜੀ ਬਖਸ਼ਿੰਦ ਹਨ, ਅੱਗੇ ਵਾਸਤੇ ਅਸੀਸ ਬਖਸ਼ਣ ਜੀ। ਦੇਖੋ ਸੱਜਣੇ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ